ਭਗਤ ਕਬੀਰ ਜੀ ਸੰਸਾਰ ਵਿੱਚ ਜਿਉਣ ਦੀ ਜਾਚ ਸਾਨੂੰ ਸਮਝਾ ਰਹੇ ਹਨ। ਜੀਵਨ ਦੀ ਤਾਂ ਇੱਕ ਪਲ ਦੀ ਅਵਧੀ ਵੀ, ਇੱਕ ਸੈਕਿੰਡ ਦਾ ਸਮਾਂ ਵੀ ਆਦਮੀ ਬੇਸਮਝੀ ਨਾਲ ਗਵਾ ਲਏ ਜਾਂ ਮੂਰਖਤਾ ਵਿੱਚ ਬਿਤਾ ਦੇਵੇ ਤਾਂ ਉਹ ਵੀ ਨੁਕਸਾਨਦੇਹ ਹੈ। ਸਭ ਤੋਂ ਪਹਿਲੀ ਗੱਲ ਹੈ ਬੇਕਾਰ ਗਵਾਇਆ ਸਮਾਂ ਜ਼ਿੰਦਗੀ ਨੂੰ ਬੇਕਾਰ ਬਣਾਉਂਦਾ ਹੈ। ਜੇ ਉਸ ਵਿੱਚ ਕੋਈ ਗੁਨਾਹ ਕਮਾ ਲਿਆ ਹੈ ਤਾਂ ਉਹ ਉਲਟਾ ਦੰਡ ਦੇ ਭਾਗੀ ਬਣਾਉਂਦਾ ਹੈ, ਜੀਵਨ ਨੂੰ ਗੰਦਿਆਂ ਕਰਦਾ ਹੈ। ਇਸ ਲਈ ਹੋਰ ਕੰਮਾਂ ਦੀਆਂ ਜਾਚਾਂ ਅਸੀਂ ਸੰਸਾਰ ਵਿੱਚ ਜਿੱਥੇ ਸਿੱਖਦੇ ਹਾਂ ਉੱਥੇ ਬਹੁਤ ਜ਼ਰੂਰੀ ਹੈ ਜੀਵਨ ਦੀ ਜਾਚ ਵੀ ਸਿੱਖੀ ਜਾਏ। ਬਲਕਿ ਸਭ ਤੋਂ ਪਹਿਲੀ ਜ਼ਰੂਰਤ ਇਹ ਹੈ ਕਿ ਆਦਮੀ ਨੂੰ ਜਿਉਣ ਦੀ ਜਾਚ ਹੋਵੇ। ਇਸ ਸਮੇਂ ਨੂੰ ਬੇਅਰਥ ਨਾ ਜਾਣ ਦੇਵੇ, ਬਰਬਾਦ ਨਾ ਕਰੇ, ਬੇਕਾਰ ਨਾ ਗਵਾਵੇ। ਤੇ ਇਸ ਤੋਂ ਵੀ ਵੱਡੀ ਮੂਰਖਤਾ ਜੋ ਆਮ ਤੌਰ 'ਤੇ ਮਨੁੱਖ ਕਰ ਬੈਠਦਾ ਹੈ, ਗੁਨਾਹਾਂ ਦੀ ਪੰਡ ਸਿਰ 'ਤੇ ਚੁੱਕ ਲੈਣ ਦੀ, ਉਹ ਗੁਸਤਾਖੀ ਨਾ ਕਰੇ। ਇਸੇ ਲਈ ਭਗਤ ਜਨ ਸਤਿਗੁਰੂ ਸਾਹਿਬਾਨ ਸਾਨੂੰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਮਨੁੱਖ ਦੇ ਅੰਦਰ ਇੱਕ ਬੜੀ ਬੇਸਿਕ ਕਮਜ਼ੋਰੀ ਕਬੀਰ ਜੀ ਨੇ ਦੇਖੀ, ਦਿਖਾਈ ਸਾਨੂੰ ਵੀ ਦਿੰਦੀ ਹੈ, ਪਰ ਅਸੀਂ ਉਸ ਦੀ ਗਹਿਰਾਈ ਵਿੱਚ ਜਾਣ ਦਾ ਯਤਨ ਨਹੀਂ ਕਰਦੇ। ਕਬੀਰ ਜੀ ਉਸ ਦੀ ਗਹਿਰਾਈ ਸਾਨੂੰ ਸਮਝਾ ਰਹੇ ਹਨ ਕਿ ਇਹ ਮਨੁੱਖ ਡੂੰਘਾਈ ਤੱਕ ਦੇਖ ਲਵੇ ਅਸਲੀਅਤ ਹੈ ਕੀ। ਕਿਸ ਨੂੰ ਨਹੀਂ ਪਤਾ ਕਿ ਦੁਨੀਆ ਦਾ ਕੋਈ ਵੀ ਪਦਾਰਥ ਮੇਰੇ ਨਾਲ ਨਹੀਂ ਸੀ ਆਇਆ। ਵੱਡੀ ਤੋਂ ਵੱਡੀ ਪਦਵੀ 'ਤੇ ਬੈਠੇ ਇਨਸਾਨ ਨੂੰ ਵੀ ਇਸ ਗੱਲ ਦਾ ਗਿਆਨ ਤਾਂ ਜ਼ਰੂਰ ਹੋਵੇਗਾ ਕਿ ਇਹ ਪਦਵੀ ਨਾਲ ਆਈ ਨਹੀਂ, ਇਹ ਪਦਵੀ ਨਾਲ ਜਾਣੀ ਨਹੀਂ। ਥੋੜ੍ਹਾ ਵੀ ਧਿਆਨ ਦੇ ਕੇ ਸੋਚੇ ਤਾਂ ਪਦਾਰਥ, ਪਦਵੀਆਂ ਤਾਂ ਇੱਕ ਪਾਸੇ, ਉਸ ਨੂੰ ਇਹ ਵੀ ਦਿਖਾਈ ਦੇਵੇਗਾ, ਸਪਸ਼ਟ ਰੂਪ ਵਿੱਚ ਦਿਖਾਈ ਦੇਵੇਗਾ ਕਿ ਸਰੀਰ ਨਾਲ ਆਇਆ ਸੀ, ਇਹ ਵੀ ਨਾਲ ਨਹੀਂ ਜਾਣਾ। ਬਾਕੀ ਪਦਾਰਥਾਂ, ਪਦਵੀਆਂ ਦੀ ਤਾਂ ਕੀ ਗੱਲ ਕਰਾਂ। ਅਸੀਂ ਆਖਾਂਗੇ ਇੰਨਾ ਤਾਂ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ, ਲੇਕਿਨ ਸਾਨੂੰ ਗੱਲੀਂ ਬਾਤੀਂ ਪਤਾ ਹੈ। ਅਸੀਂ ਇਸ ਨੂੰ ਆਪਣੇ ਧੁਰ ਅੰਦਰ ਨਹੀਂ ਵਸਾਇਆ। ਜਿਨ੍ਹਾਂ ਨੇ ਹਿਰਦੇ ਦੀ ਗਹਿਰਾਈ ਤੱਕ ਇਸ ਨੂੰ ਜਾਣ ਲਿਆ ਹੈ, ਸੱਚਮੁੱਚ ਜਾਣ ਲਿਆ ਹੈ, ਉਹ ਵਿਚਰਦੇ ਤਾਂ ਇਸੇ ਸੰਸਾਰ ਵਿੱਚ ਨੇ, ਪਦਾਰਥ ਕਮਾਉਂਦੇ ਵੀ ਨੇ, ਭੋਗਦੇ ਵੀ ਨੇ, ਲੇਕਿਨ ਦਾਅਵੇਦਾਰੀ ਛੱਡ ਦਿੰਦੇ ਨੇ। ਇਹਨਾਂ ਪਦਾਰਥਾਂ ਦਾ ਅਭਿਮਾਨ ਨਹੀਂ ਦੇਖੋਗੇ। ਪਦਵੀ ਹੋਵੇਗੀ, ਜ਼ਿੰਮੇਵਾਰੀ ਸਮਝਣਗੇ, ਅਹੰਕਾਰ ਦਾ ਕੋਈ ਕਾਰਨ ਨਹੀਂ। ਜੇ ਪਦਾਰਥਾਂ ਦਾ ਸਾਡੇ ਅੰਦਰ ਅਹੰਕਾਰ ਹੈ, ਸੁੰਦਰਤਾ ਦਾ ਅਹੰਕਾਰ ਹੈ, ਬਾਹੂ-ਬਲ ਦਾ ਅਭਿਮਾਨ ਹੈ ਕਿ ਵੱਡੇ ਰੁਤਬੇ 'ਤੇ ਬੈਠੇ ਹਾਂ ਤਾਂ ਹੈਂਕੜ ਹੈ, ਤਾਂ ਸਪਸ਼ਟ ਹੈ ਕਿ ਅਸੀਂ ਅਸਲੀਅਤ ਤੋਂ ਅਣਜਾਣ ਹਾਂ। ਕਬੀਰ ਜੀ ਸਾਨੂੰ ਇਸ ਦਾਅਵੇਦਾਰੀ ਵਿੱਚੋਂ ਨਿਕਲਣ ਦਾ ਉਪਦੇਸ਼ ਦੇ ਰਹੇ ਹਨ।
168वें श्लोक अंदर उन्हें फरमाया, कबीर भली मधुकरी नाना बिद को नाज। दावा काहू को नहीं बड़ा देश बड़ राज। ਸਾਧਾਰਨ ਤੌਰ 'ਤੇ ਇਹਨਾਂ ਪੰਕਤੀਆਂ ਦੇ ਅਰਥ ਇੰਜ ਬਣਦੇ ਨੇ ਕਿ ਘਰ ਘਰ ਤੋਂ ਮੰਗੀ ਹੋਈ ਭਿੱਖਿਆ, ਜਿਸ ਵਿੱਚ ਕਈ ਕਿਸਮਾਂ ਦਾ ਅਨਾਜ ਮਿਲਿਆ ਹੋਇਆ ਹੈ, ਕਿਸੇ ਕੁਝ ਪਾ ਦਿੱਤਾ ਹੈ, ਕਿਸੇ ਕੁਝ ਪਾ ਦਿੱਤਾ ਹੈ, ਉਹੀ ਭਲਾ। ਮੱਲਾਂ ਮੱਲਣ ਨਾਲੋਂ ਉਹ ਬਿਹਤਰ। ਉਹ ਮੰਗਤਾ ਕਿਸੇ ਜਾਇਦਾਦ ਉੱਪਰ ਆਪਣਾ ਅਧਿਕਾਰ ਨਹੀਂ ਜਤਾਉਂਦਾ। ਸਾਰਾ ਦੇਸ਼ ਉਸ ਦਾ ਆਪਣਾ ਦੇਸ਼ ਹੈ, ਸਾਰਾ ਰਾਜ ਉਸ ਦਾ ਆਪਣਾ ਰਾਜ ਹੈ। ਬਹੁਤ ਦੂਰ ਤੱਕ ਇਹਨਾਂ ਅਰਥਾਂ ਦੀ ਜੇ ਪੜਚੋਲ ਕਰਾਂਗੇ ਤਾਂ ਕਿਧਰੇ ਨਾ ਕਿਧਰੇ ਐਸਾ ਵੀ ਪ੍ਰਤੀਤ ਹੋਵੇਗਾ ਫਿਰ ਤਾਂ ਕਬੀਰ ਸਾਹਿਬ ਇੱਕ ਭਿਖਾਰੀ ਨੂੰ ਕੇਵਲ ਇਸ ਲਈ ਸਨਮਾਨ ਦੇ ਰਹੇ ਜਾਪਣਗੇ ਕਿ ਉਹ ਜੋ ਭਿੱਖਿਆ ਮਿਲ ਗਈ ਲੈ ਕੇ ਆ ਗਿਆ ਹੈ, ਪੇਟ ਭਰ ਲਿਆ ਹੈ, ਸਾਰਾ ਰਾਜ ਉਸ ਦਾ, ਸਾਰਾ ਦੇਸ਼ ਉਸ ਦਾ, ਜਿੱਥੋਂ ਮਰਜ਼ੀ ਮੰਗ ਲਿਆਵੇ। ਲੇਕਿਨ ਕਬੀਰ ਜੀ ਨਾ ਸਾਨੂੰ ਮੰਗ ਕੇ ਖਾਣ ਦਾ ਉਪਦੇਸ਼ ਦੇ ਰਹੇ ਨੇ, ਨਾ ਦੁਆਰ ਦੁਆਰ ਭਟਕਣ ਦਾ ਉਪਦੇਸ਼ ਦੇ ਰਹੇ ਨੇ, ਤੇ ਨਾ ਹੀ ਕਬੀਰ ਸਾਹਿਬ ਸਾਡੇ ਅੰਦਰ ਇਹ ਭਰਮ ਪੈਦਾ ਕਰਨਾ ਚਾਹੁੰਦੇ ਹਨ ਕਿ ਜੋ ਰਾਜ ਮੇਰਾ ਨਹੀਂ, ਜੋ ਦੇਸ਼ ਮੇਰਾ ਨਹੀਂ, ਮੈਂ ਉਸ ਦਾ ਮਾਲਕ ਆਪਣੇ ਆਪ ਨੂੰ ਇਸ ਲਈ ਸਮਝ ਲਵਾਂ ਕਿ ਮੈਂ ਉੱਥੋਂ ਮੰਗ ਕੇ ਲਿਆ ਸਕਦਾ। ਇਹ ਤਾਂ ਕੋਈ ਗੱਲ ਨਾ ਹੋਈ। ਕਬੀਰ ਜੀ ਦੇ ਇਹਨਾਂ ਬਚਨਾਂ ਨੂੰ ਵੱਧ ਤੋਂ ਵੱਧ ਬਾਰੀਕੀ ਵਿੱਚ ਸਮਝਣ ਦੀ ਜ਼ਰੂਰਤ ਹੈ। ਮਿਸਾਲ ਕਿਉਂਕਿ ਸੰਸਾਰ ਦੀ ਦੇਣੀ ਪੈਂਦੀ ਹੈ ਜੋ ਮਨੁੱਖ ਦੀ ਸਮਝ ਵਿੱਚ ਆ ਸਕੇ। ਇੱਕ ਭਿਖਾਰੀ ਦਰ ਦਰ ਤੋਂ ਭਿੱਖਿਆ ਮੰਗਦਾ ਹੈ, ਉਸ ਨੂੰ ਇਹ ਹੱਕ ਨਹੀਂ ਕਿ ਉਹ ਦੁਆਰ ਦੇ ਅੱਗੇ ਖੜੋ ਕੇ ਘਰ ਦੇ ਮਾਲਕ ਨੂੰ ਆਖੇ ਮੈਂ ਇਹ ਪਦਾਰਥ ਨਹੀਂ ਲੈਣਾ, ਮੇਰੇ ਬਾਉਲ ਵਿੱਚ ਇਹ ਨਾ ਪਾਵੀਂ, ਮੇਰੀ ਝੋਲੀ ਵਿੱਚ ਇਹੀ ਪਦਾਰਥ ਹੋਣਾ ਚਾਹੀਦਾ ਹੈ ਜੋ ਮੈਂ ਆਖਦਾ। ਤਾਂ ਲੋਕ ਧੱਕੇ ਮਾਰ ਕੇ ਤੋਰ ਦੇਣਗੇ। ਤੈਨੂੰ ਭੋਜਨ ਦੇ ਰਹੇ ਹਾਂ, ਜੋ ਘਰ ਬਣਾਇਆ ਹੈ, ਦਾਲ ਸਬਜ਼ੀ ਜੋ ਹੈ ਉਹ ਤੈਨੂੰ ਦੇ ਰਹੇ ਹੈ। ਮੰਗਤਾ ਜਤਾਉਂਦਾ ਹੈ ਅਧਿਕਾਰ, ਤੇ ਤੇਰੇ ਧੱਕੇ ਹੀ ਪੈਣਗੇ। ਭਿਖਾਰੀ ਦੇ ਬਾਉਲ ਵਿੱਚ ਜੋ ਕੋਈ ਪਾ ਦੇਵੇ, ਹਾਲਾਂਕਿ ਭਿਖਾਰੀ ਦੀ ਬਿਰਤੀ ਖਰਾਬ ਹੋਵੇ ਤਾਂ 20 ਚਾਲਾਕੀਆਂ ਇਸ ਵਿੱਚ ਵੀ ਕੱਢ ਲੈਂਦਾ ਹੈ। ਗੌਤਮ ਬੁੱਧ ਜੀ ਦਾ ਇਹ ਹੁਕਮ ਸੀ ਸਾਰੇ ਭਿਕਸ਼ੂਆਂ ਨੂੰ ਕਿ ਜਦੋਂ ਭਿਖਿਆ ਲੈਣ ਲਈ ਜਾਣਾ ਹੈ, ਤੁਸੀਂ ਕੋਈ ਜ਼ਿੱਦ ਨਹੀਂ ਕਰਨੀ, ਆਪਣੀ ਮਰਜ਼ੀ ਨਹੀਂ ਦੱਸਣੀ, ਜੋ ਕੋਈ ਪਾ ਦੇਵੇ ਉਹ ਠੀਕ ਸੀ। ਤਾਂ ਗੌਤਮ ਬੁੱਧ ਜੀ ਰਾਜਕੁਮਾਰ, ਸਮਰਾਟ ਦੇ ਪੁੱਤਰ, ਲੇਕਿਨ ਜਿਸ ਲੈਵਲ 'ਤੇ, ਜਿਸ ਸਤ੍ਹਾ 'ਤੇ ਲੋਕ ਖੜੋਤੇ ਸਨ, ਉਹਨਾਂ ਨੂੰ ਸਬਕ ਦੇਣ ਲਈ ਉਹਨਾਂ ਇਹ ਰਸਤਾ ਵੀ ਚੁਣਿਆ ਕਿ ਹਰ ਵਿਅਕਤੀ ਨੂੰ ਕੁਝ ਸਮਾਂ ਭਿਕਸ਼ੂ ਬਣ ਕੇ ਰਹਿਣਾ ਹੋਵੇਗਾ। ਬੁੱਧ ਧਰਮ ਦੇ ਮੰਨਣ ਵਾਲੇ ਦੇਸ਼ਾਂ ਵਿੱਚ ਅੱਜ ਵੀ ਇਹ ਰੀਤੀ ਹੈ। ਮਤਲਬ ਤਾਂ ਇੱਕ ਸੀ ਅਹੰਕਾਰ ਗਵਾਉਣਾ ਹੈ, ਪਰ ਹੋ ਸਕਦਾ ਹੈ ਕੋਈ ਰਾਜਕੁਮਾਰ ਮੰਗਣ ਲਈ ਜਾਏ ਤਾਂ ਭੀਖ ਲੈਣ
ਪਰ ਮਨ ਵਿੱਚ ਅਭਿਮਾਨ ਇਹ ਵੀ ਬਣ ਜਾਏ ਕਿ ਦੇਖੋ ਮੈਂ ਲੱਖਾਂ ਲੋਕਾਂ ਨੂੰ ਭਿੱਖਿਆ ਦੇ ਸਕਦਾ ਹਾਂ, ਪਰ ਮੇਰੀ ਨਿਮਰਤਾ ਦੇਖੋ, ਮੈਂ ਧਰਮ ਦੇ ਇਸ ਪਹਿਲੂ ਵਿੱਚ ਵੀ ਪੂਰਾ ਉਤਰਿਆ। ਦਰਅਸਲ ਜ਼ਰੂਰਤ ਤਾਂ ਹੈ ਸਮਝ ਦੀ। ਅਭਿਮਾਨ ਗਵਾਉਣਾ ਹੈ, ਇਸ ਦੀ ਜ਼ਰੂਰਤ ਹੈ। ਤੋ ਗੌਤਮ ਬੁੱਧ ਜੀ ਨੇ ਕੋਸ਼ਿਸ਼ ਕੀਤੀ ਕਿ ਭਿਕਸ਼ੂਆਂ ਦੇ ਅੰਦਰ ਕਿਸੇ ਪ੍ਰਕਾਰ ਦੀ ਕੋਈ ਜ਼ਿੱਦ ਨਾ ਆ ਜਾਏ ਕਿ ਇਹੀ ਕੁਝ ਲੈਣਾ ਹੈ, ਇਹ ਨਹੀਂ। ਉਹਨਾਂ ਦੀ ਹਦਾਇਤ ਸੀ, ਜੋ ਕੋਈ ਤੁਹਾਡੇ ਬਾਉਲ ਵਿੱਚ ਪਾ ਦੇਵੇ ਉਹ ਪ੍ਰਵਾਨ ਹੈ, ਕਿੰਤੂ ਪ੍ਰੰਤੂ ਬਿਲਕੁਲ ਨਹੀਂ ਕਰਨਾ। ਇੱਕ ਦਿਨ ਇੱਕ ਘਟਨਾ ਵਰਤ ਗਈ ਕਿ ਭਿਕਸ਼ੂ ਭਿਖਿਆ ਲੈ ਕੇ ਆ ਰਿਹਾ ਹੈ, ਉੱਪਰ ਉੱਡਦੀ ਇੱਲ ਦੇ ਪਾਸੋਂ ਮਾਸ ਦਾ ਟੁਕੜਾ ਡਿੱਗ ਪਿਆ ਉਸ ਦੇ ਬਾਉਲ ਵਿੱਚ। ਭਿਕਸ਼ੂ ਹੈਰਾਨੀ ਵਿੱਚ ਪੈ ਗਿਆ, ਇਸ ਨੂੰ ਬਾਹਰ ਸੁੱਟਾਂ ਜਾਂ ਖਾ ਲੈਣਾ ਚਾਹੀਦਾ ਹੈ। ਉਸਨੇ ਜਾ ਕੇ ਗੌਤਮ ਬੁੱਧ ਜੀ ਦੇ ਪਾਸ ਇਹੀ ਪ੍ਰਸ਼ਨ ਕਰ ਦਿੱਤਾ। ਹੋਰ ਭਿਕਸ਼ੂ ਵੀ ਬੈਠੇ ਹੋਏ ਸਨ। ਬੁੱਧ ਜੀ ਨੇ ਸੋਚਿਆ, ਜੇ ਇਹਨੂੰ ਆਖਦਾ ਹਾਂ ਕਿ ਸੁੱਟ ਦੇ ਤਾਂ ਇਹ ਕੱਲ੍ਹ ਨੂੰ ਲੋਕਾਂ ਵੱਲੋਂ ਦਿੱਤੀ ਭਿੱਖਿਆ ਵੀ ਪਦਾਰਥ ਸੁੱਟਣ ਲੱਗ ਪੈਣਗੇ ਮੇਰੇ ਲਈ, ਮੈਨੂੰ ਇਹ ਚੰਗਾ ਨਹੀਂ ਲੱਗਦਾ। ਤੇ ਮੰਗਤੇ ਦਾ ਅਭਿਮਾਨ ਥੋੜ੍ਹੀ ਚਾਹੀਦਾ ਹੈ। ਉਹਨਾਂ ਆਖਿਆ, ਤੂੰ ਜਾਣ ਬੁੱਝ ਕੇ ਤਾਂ ਪਾਇਆ ਨਹੀਂ। ਇੱਕ ਪਾਸੇ ਮਾਸ ਨਾ ਖਾਣ ਦੀ ਵੀ ਹਦਾਇਤ ਸੀ। ਭਿਕਸ਼ੂ ਹੈਰਾਨ ਸੀ ਕਿ ਮਾਸ ਖਾਣਾ ਮਨ੍ਹਾ ਹੈ, ਪਰ ਬਾਉਲ ਵਿੱਚ ਪਈ ਚੀਜ਼ ਮੋੜਨੀ ਨਹੀਂ, ਮੈਂ ਕੀ ਕਰਾਂ। ਬੁੱਧ ਜੀ ਨੇ ਸੋਚਿਆ, ਕੋਈ ਰੋਜ਼ ਥੋੜ੍ਹੀ ਇੱਲਾਂ ਮਾਸ ਸੁੱਟਦੀਆਂ ਨੇ, ਸਦੀਆਂ ਵਿੱਚ ਕੋਈ ਇੱਕ ਅੱਧ ਘਟਨਾ ਵਰਤ ਗਈ ਤਾਂ ਕੋਈ ਹਰਜਾ ਨਹੀਂ। ਉਹਨਾਂ ਕਿਹਾ, ਬਾਉਲ ਵਿੱਚ ਜੋ ਪਾ ਦਿੱਤਾ ਗਿਆ ਹੈ ਉਹ ਛਕ ਲੈਣਾ ਚਾਹੀਦਾ ਹੈ, ਤੂੰ ਕੋਈ ਕਿਸੇ ਜੀਵ ਨੂੰ ਮਾਰਿਆ ਤਾਂ ਨਹੀਂ। ਗੱਲ ਆਈ ਗਈ ਹੋ ਗਈ, ਪਰ ਅੱਜ ਵੀ ਬੁੱਧ ਧਰਮ ਨੂੰ ਮੰਨਣ ਵਾਲੇ ਮੁਲਕਾਂ ਵਿੱਚ ਮੋਏ ਪਸ਼ੂਆਂ ਦਾ ਮਾਸ ਆਖ ਕੇ ਵੇਚਿਆ ਜਾਂਦਾ ਹੈ। ਮੀਟ ਔਰ ਬੋਧੀ ਬੜੇ ਮਜ਼ੇ ਨਾਲ ਖਾ ਰਹੇ ਹਨ। ਮਰੇ ਹੋਏ ਪਸ਼ੂ ਦਾ ਹੈ, ਸਾਡਾ ਕੀ ਦੋਸ਼। ਖੈਰ, ਇਹ ਇੱਕ ਵੱਖਰਾ ਸਬਜੈਕਟ ਹੈ, ਪਰ ਭਿਖਾਰੀ ਦੀ ਮਰਜ਼ੀ ਨਹੀਂ ਹੁੰਦੀ। ਉਸਨੇ ਬਾਉਲ ਅੱਗੇ ਕਰ ਦਿੱਤਾ ਹੈ, ਝੋਲੀ ਫੈਲਾ ਦਿੱਤੀ ਹੈ, ਜੋ ਪਾ ਦੇਵੇ। ਦੁਆਰ ਦਾ ਮਾਲਕ ਕਬੀਰ ਜੀ ਸਾਨੂੰ ਦਰ ਦਰ ਭਟਕਣ ਦਾ ਉਪਦੇਸ਼ ਨਹੀਂ ਦੇ ਸਕਦੇ। ਨਾ ਸਾਰਾ ਦੇਸ਼ ਭਿਖਾਰੀ ਦਾ ਹੋ ਸਕਦਾ ਹੈ, ਨਾ ਰਾਜ ਭਿਖਾਰੀ ਦਾ ਹੈ। ਕੇਵਲ ਇੱਕ ਗੱਲ ਹੈ ਕਿ ਉਸ ਦੀ ਝੋਲੀ ਵਿੱਚ ਤਰ੍ਹਾਂ ਤਰ੍ਹਾਂ ਦਾ ਅਨਾਜ ਹੋ ਸਕਦਾ ਹੈ, ਜੋ ਕਿਸੇ ਪਾ ਦਿੱਤਾ। ਪਰ ਜੇ ਅਸੀਂ ਆਪਣੇ ਅੰਦਰਲੀ ਝੋਲੀ ਨੂੰ ਜ਼ਰਾ ਕੁ ਪੜਚੋਲ ਕਰਕੇ ਦੇਖੀਏ ਤੇ ਮਾਲਕ ਮੰਨ ਲਈਏ ਉਸ ਦਾਤਾਰ ਨੂੰ, ਤਾਂ ਗੱਲ ਆਸਾਨੀ ਨਾਲ ਸਮਝ ਵਿੱਚ ਆ ਜਾਏਗੀ। ਸਾਡੀ ਝੋਲੀ ਵਿੱਚ ਵੀ ਉਸ ਮਾਲਕ ਨੇ ਤਰ੍ਹਾਂ ਤਰ੍ਹਾਂ ਦਾ ਅਨਾਜ ਪਾਇਆ ਹੈ। ਕੋਈ ਇੱਕ ਦਾਤ ਥੋੜੀ ਹੈ ਜੋ ਉਸਨੇ ਦਿੱਤੀ ਹੋਵੇ। ਗਿਣਤੀ ਕਰਦੇ ਰਹੋ, ਉਸ ਦੀਆਂ ਦਾਤਾਂ ਗਿਣਤੀ ਵਿੱਚ ਵੀ ਆਉਣ ਵਾਲੀਆਂ ਨਹੀਂ। ਅਸੀਂ ਮੋਟੇ ਤੌਰ ਤੇ ਹੀ ਦੇਖਦੇ ਹਾਂ ਕਿ ਸਰੀਰ ਉਸਨੇ ਦਿੱਤਾ ਹੈ। ਇਸ ਸਰੀਰ ਵਿੱਚ ਉਸ ਦੀ ਕਿਤਨੀ ਕਾਰਾਗਰੀ ਹੈ। ਕਿਧਰੇ ਦਿਮਾਗ ਕੰਮ ਕਰ ਰਿਹਾ ਹੈ, ਕਿਧਰੇ ਕੰਨ ਸੁਣ ਰਹੇ ਨੇ, ਕਿਧਰੇ ਜ਼ੁਬਾਨ ਸਵਾਦ ਵੀ ਮਾਣਦੀ ਹੈ, ਬੋਲਣ ਦੀ ਸਮਰੱਥਾ ਵੀ ਰੱਖਦੀ ਹੈ, ਹੱਥ ਪੈਰ ਚੱਲਦੇ ਨੇ, ਹਾਰਟ ਚੱਲ ਰਿਹਾ ਹੈ, ਫੇਫੜੇ ਚੱਲਦੇ ਨੇ। ਕਿੰਨੀ ਵੱਡੀ ਕਾਰਾਗਰੀ ਹੈ ਉਸ ਦੀ। ਫਿਰ ਕਿੰਨੀਆਂ ਦਾਤਾਂ ਜੀਵਨ ਦੇ ਨਿਰਵਾਹ ਵਾਸਤੇ ਉਸਨੇ ਬਖਸ਼ੀਆਂ। ਉਸ ਦਾ ਬਾਉਲ ਹੀ ਬਣ ਜਾਓ, ਝੋਲੀ ਬਣ ਜਾਓ। ਅਨੇਕ ਪ੍ਰਕਾਰ ਦਾ ਅਨਾਜ ਉਸਨੇ ਪਾਇਆ। ਇਹ ਹੈ ਉਸ ਦਾ। ਇਸ ਤੇ ਦਾਅਵੇਦਾਰੀ ਬਿਲਕੁਲ ਨਾ ਕਰੀ, ਭਾਵੇਂ ਉਸਨੇ ਤੈਨੂੰ ਰਾਜ ਦੇਸ਼ ਕਿਉਂ ਨਾ ਬਖਸ਼ ਦਿੱਤੇ ਹੋਣ।
ਭਗਤ ਦਾ ਜੀਵਨ ਐਸਾ ਹੁੰਦਾ ਹੈ, ਨਾ ਉਹ ਰਾਜ ਮਾਨਣ ਦੇ ਉਲਟ ਹੈ, ਨਾ ਹਕੂਮਤ ਕਰਨ ਦੇ ਉਲਟ ਹੈ। ਭਗਤ ਨੂੰ ਇਸ ਵਿੱਚ ਕੀ ਇਤਰਾਜ਼ ਹੋ ਸਕਦਾ ਹੈ? ਜਨਕ ਨੇ ਸਾਰੀ ਉਮਰ ਰਾਜ ਕੀਤਾ, ਧਰੂ ਨੇ ਰਾਜ ਕੀਤਾ। ਰਾਜ ਕਰਨਾ ਕੋਈ ਪਾਪ ਤਾਂ ਨਹੀਂ, ਬਲਕਿ ਹੋਣਾ ਹੀ ਇਹ ਚਾਹੀਦਾ ਹੈ ਕਿ ਰਾਜ ਤਖਤ ਤੇ ਕੋਈ ਭਗਤ ਬੈਠੇ ਜਿਸ ਦੇ ਅੰਦਰ ਸਾਰਿਆਂ ਦਾ ਭਲਾ ਕਰਨ ਦੀ ਬਿਰਤੀ ਹੈ। ਇਹ ਇੱਕ ਉਸ ਦੇ ਲਾਇਕ ਹੋਣ ਦਾ ਸਬੂਤ ਹੈ। ਰਾਜਾ ਪਰਜਾ ਦਾ ਸੇਵਾਦਾਰ ਬਣ ਕੇ ਵਿਚਰੇ। ਤਖਤ ਰਾਜਾ ਸੋ ਬਹਿ ਜੇ ਤਖਤ ਲਾਇਕ ਹੋਈ। ਬੰਦਗੀਵਾਨ ਪੁਰਸ਼ ਜੋ ਸਾਰਿਆਂ ਦਾ ਭਲਾ ਸੋਚਣ ਅਤੇ ਕਰਨ ਵਾਲਾ ਹੈ, ਉਸ ਤੋਂ ਲਾਇਕ ਹੋਰ ਕੌਣ ਹੋ ਸਕਦਾ ਹੈ? ਹਾਂ, ਭਗਤ ਅੰਦਰ ਦਾਅਵੇਦਾਰੀ ਨਹੀਂ ਹੁੰਦੀ। ਰਾਜ ਭਾਗ ਮਿਲਿਆ ਤੇ ਉਸ ਨੂੰ ਪਤਾ ਹੈ ਇਹ ਉਸਨੇ ਝੋਲੀ ਵਿੱਚ ਪਾ ਦਿੱਤਾ ਹੈ ਉਸਦਾ। ਦਾਅਵੇਦਾਰੀ ਕਾਹਦੀ? ਮਾਲਕ ਦੀ ਮੌਜ ਹੈ, ਜਿਵੇਂ ਚਾਹੇ ਤਿਵੇਂ ਰੱਖ ਲੈ। ਇੱਕ ਨਾ ਮਹਿਲ ਉਸਾਰੇ ਮੰਡਪ ਮਾੜੀਆਂ, ਇੱਕ ਬੰਨਣ ਸਿਰ ਤੇ ਭਾਰ ਉਚਾਏ ਨਖਾਰੀਆਂ। ਇੱਕ ਭਾਰ ਢੋਂਦੇ ਨੇ, ਇੱਕ ਮਹਿਲਾਂ ਦੇ ਅੰਦਰ ਵਸਦੇ ਨੇ, ਮੌਜ ਹੈ ਉਸਦੀ। ਜੋ ਰਾਜ ਦੇਹ ਤਾਂ ਕਵਨ ਵਡਾਈ, ਜੇ ਭੀਖ ਮੰਗਾਵੇ ਤਾਂ ਕਿਆ ਘਟ ਜਾਈ। ਇਹ ਭਗਤ ਦੀ ਸਮਝ ਵਿੱਚ ਆ ਗਿਆ ਹੈ। ਵਜੀਦ ਆਖਦਾ ਹੈ, ਇੱਕ ਨਾ ਮਹਿਲ ਉਸਾਰੇ ਮੰਡਪ ਮਾੜੀਆਂ, ਇੱਕ ਬੰਨਣ ਸਿਰ ਤੇ ਭਾਰ ਉਚਾਏ ਨਖਾਰੀਆਂ। ਇੱਕ ਨਾ ਦੇ ਹੇਠ ਤੁਰੇ ਘੋੜੇ, ਇੱਕ ਨਾ ਦੇ ਹੇਠ ਤੁਰੇ, ਇੱਕ ਫਿਰਦੇ ਦਰ ਬਾਦਰ। ਵਜੀਦਾ ਕੌਣ ਸਾਹਿਬ ਨੂੰ ਆਖੇ, ਐਉ ਨਹੀਂ ਅੰਜ ਕਰ। ਉਸ ਦੀ ਮੌਜ ਹੈ। ਇੱਕ ਨਾ ਦੇ ਧਨ ਪੱਲੇ ਸ਼ਾਹ ਸਦਾਏਂ ਦੇ, ਪਹਿਰਨ ਮਲ ਮਲ ਖਾਸਾ ਮੁਸ਼ਕ ਹੰਡਾਏਂ ਦੇ। ਇੱਕ ਨਾ ਭਿੱਖ ਨਾ ਪੈਂਦੀ ਫਿਰਦੇ ਦਰ ਬਾਦਰ। ਵਜੀਦਾ ਕੌਣ ਸਾਹਿਬ ਨੂੰ ਆਖੇ, ਐਉ ਨਹੀਂ ਅੰਜ ਕਰ। ਇੱਕ ਨਾ ਨੂੰ ਘਿਓ ਖੰਡ ਨਾ ਮੈਦਾ ਭਾਵਈ, ਬਹੁਤੀ ਬਹੁਤੀ ਮਾਇਆ ਚਲਦੀ ਆਵਈ। ਇੱਕ ਨਾ ਨਾਹੀ ਸਾਗ ਅਲੂਣਾ ਪੇਟ ਭਰ। ਵਜੀਦਾ ਕੌਣ ਸਾਹਿਬ ਨੂੰ ਆਖੇ, ਐਉ ਨਹੀਂ ਅੰਜ ਕਰ। ਭਗਤ ਆਖਦਾ, ਜੇ ਭੀਖ ਮੰਗਾਏਗਾ ਤਾਂ ਵੀ ਪ੍ਰਵਾਨ ਹੈ, ਜੇ ਰਾਜ ਬਖਸ਼ੇ ਤੇ ਇਸ ਵਿੱਚ ਵੀ ਮੇਰੀ ਕੋਈ ਦਾਅਵੇਦਾਰੀ ਨਹੀਂ। ਜੋ ਰਾਜ ਦੇਹ ਤਾਂ ਕਵਨ ਵਡਾਈ, ਇਸ ਵਿੱਚ ਕੋਈ ਮੇਰੀ ਚਤੁਰਾਈ ਨਹੀਂ। ਇਸ ਝੋਲੀ ਵਿੱਚ ਤੂੰ ਜੋ ਪਾ ਦਿੱਤਾ। ਜਦੋਂ ਵਿਅਕਤੀ ਦਾਤਾਰ ਦੀ ਜਾਣਨ ਲੱਗ ਪੈਂਦਾ ਹੈ ਤਾਂ ਗੱਲ ਬਣਦੀ ਹੈ। ਰਹਿ ਅਤੀਤ ਜਾਣੈ ਸਭ ਤਿਸ ਕਾ, ਮਨ ਤਨ ਅਰਪੈ ਹੈ ਇਹੋ ਜਿਸ ਕਾ। ਰਾਜ ਭਾਗ ਪਦਾਰਥ ਤਾਂ ਇੱਕ ਪਾਸੇ, ਇਹ ਮਨ ਤਨ ਵੀ ਉਸੇ ਦਾ ਹੈ। ਕਬੀਰ ਜੀ ਦੇ ਹੀ ਬਚਨ ਹਨ। ਉਹ ਕਹਿੰਦੇ ਨੇ, ਮਾਲਕ ਦੀ ਮੌਜ ਹੈ। ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲੰਗ ਨਿਵਾਰਾ। ਕਾਹੂ ਗਰੀ ਗੋਦਰੀ ਨਹੀਂ, ਕਾਹੂ ਖਾਨ ਪਰਾਰਾ। ਕਿਸੇ ਨੂੰ ਰੇਸ਼ਮੀ ਬਸਤਰ ਬਖਸ਼ ਦਿੰਦਾ ਹੈ, ਨਿਵਾਰੀ ਪਲੰਗ ਦਿੰਦਾ ਹੈ। ਕਿਸੇ ਪਾਸ ਗਲੀ ਹੋਈ ਗੋਦੜੀ ਵੀ ਨਹੀਂ। ਕਿਸੇ ਪਾਸ ਘਰ ਹੈ, ਕੋਈ ਪਰਾਲੀ ਤੇ ਸੁੱਤਾ ਪਿਆ ਹੈ। ਅਹਰ ਖਵਾਦ ਨਾ ਕੀਜੈ ਰੇ ਮਨ, ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਨਾ ਈਰਖਾ ਕਰ ਕਿਸੇ ਨਾਲ, ਨਾ ਦਾਅਵੇਦਾਰੀ। ਸੋ ਕ੍ਰਿਤ ਕਰ ਜੋ ਮਿਲੇ ਉਸ ਵਿੱਚ ਸ਼ੁਕਰ ਮਨਾ। ਬਾਬਾ ਫਰੀਦ ਜੀ ਨੇ ਵੀ ਇਸ ਸਾਦਗੀ ਦਾ ਜ਼ਿਕਰ ਕੀਤਾ। ਆਖਣ ਲੱਗੇ, ਰੁੱਖੀ ਸੁੱਖੀ ਖਾਏ ਕੈ, ਠੰਡਾ ਪਾਣੀ ਪੀਓ। ਫਰੀਦਾ ਦੇਖ ਪਰਾਈ ਚੋਪੜੀ, ਨਾ ਤਰਸਾਏ ਜੀਓ। ਇਸ ਦਾ ਭਾਵ ਬਿਲਕੁਲ ਇਹ ਨਹੀਂ ਕਿ ਬਾਬਾ ਫਰੀਦ ਜੀ ਸਾਨੂੰ ਚੰਗੇ ਭੋਜਨ ਛਕਣ ਤੋਂ ਰੋਕ ਰਹੇ ਨੇ। ਉਹ ਕਹਿੰਦੇ ਨੇ, ਸਾਦਾ ਮਿਲਿਆ ਹੈ ਤਾਂ ਸਾਦਾ ਸਹੀ।
ਕਿਸੇ ਦੇ ਚੰਗੇ ਪਦਾਰਥ ਦੇਖ ਕੇ ਐਵੇਂ ਜੀ ਨੂੰ ਤਰਸਾਈ ਨਾ। ਗੱਲ ਤੇ ਇੰਨੀ ਹੈ। ਇਸ ਅਵਸਥਾ ਵਿੱਚ ਆ ਕਿ ਉਸ ਦੀ ਰਜ਼ਾ ਵਿੱਚ ਰਾਜ਼ੀ ਰਹੇ, ਦਾਤਾਂ ਉਸ ਦੀਆਂ ਜਾਣੇ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਊ ਕਹਾਵੈ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ। ਇੱਕ ਰਸ ਵਿੱਚ ਰਹਿਣ ਦੀ ਜਾਚ ਆ ਜਾਏ। ਕਬੀਰ ਜੀ ਉਸ ਦਾ ਜ਼ਿਕਰ ਕਰ ਰਹੇ ਹਨ। ਕਹਿੰਦੇ ਨੇ ਅਨੇਕ ਪ੍ਰਕਾਰ ਦੀ ਭਿੱਛਿਆ ਇਕੱਠੀ ਹੋ ਗਈ, ਨਾਨਾ ਵਿਧ ਕੋ ਨਾਜ, ਅਨੇਕ ਪ੍ਰਕਾਰ ਦਾ ਅਨਾਜ। ਇਉਂ ਹੀ ਸਮਝੀ ਭਿਖਾਰੀ ਦਾ ਕੋਈ ਦਾਵਾ ਥੋੜ੍ਹੀ ਹੁੰਦਾ ਹੈ। ਉਸ ਦੀ ਝੋਲੀ ਵਿੱਚ ਜਿੰਨੇ ਤਰ੍ਹਾਂ ਦੇ ਪਦਾਰਥ ਪੈ ਗਏ, ਉਹ ਇਹ ਨਹੀਂ ਆਖਦਾ ਕਿ ਮੈਂ ਮਾਲਕ ਹਾਂ, ਉਹ ਸ਼ੁਕਰਾਨਾ ਕਰੇਗਾ ਦੇਣ ਵਾਲਿਆਂ ਦੇ ਦਿੱਤੇ ਨੇ। ਤੂੰ ਰੱਬ ਦਾ ਭਿਖਾਰੀ ਬਣ। ਜੋ ਉਸਨੇ ਬਖਸ਼ਿਆ ਹੈ, ਅਨੇਕ ਪ੍ਰਕਾਰ ਦੀਆਂ ਦਾਤਾਂ ਤੇਰੀ ਝੋਲੀ ਵਿੱਚ ਪਾਈਆਂ ਹਨ, ਜਿਨ੍ਹਾਂ ਨੂੰ ਤੂੰ ਭੋਗਦਾ ਹੈ, ਜਿਨ੍ਹਾਂ ਦਾ ਸੁੱਖ ਮਾਣਦਾ ਹੈ। ਬਸ ਇੱਕ ਗੱਲ ਕਰੀ, ਇਹਨਾਂ ਤੇ ਦਾਅਵੇਦਾਰੀ ਨਾ ਬੰਨੀ। ਦਾਅਵੇਦਾਰੀ ਬੰਨਣ ਵਾਲੇ ਧੋਖਾ ਖਾ ਗਏ, ਕਿਉਂਕਿ ਇਹਨਾਂ ਪਦਾਰਥਾਂ ਵਿੱਚੋਂ ਕੋਈ ਵੀ ਨਾਲ ਜਾਣ ਵਾਲਾ ਨਹੀਂ। ਤੈਨੂੰ ਭੋਗਣ ਲਈ ਦਿੱਤੇ ਨੇ ਸੰਸਾਰ ਦੀ ਯਾਤਰਾ ਵਿੱਚ ਭੋਗ। ਬੁੱਲੇ ਸ਼ਾਹ ਨੇ ਆਖਿਆ ਹੈ, ਜਿਹੜੇ ਸਨ ਦੁਨੀਆ ਦੇ ਰਾਜੇ, ਨਾਲ ਜਿਨ੍ਹਾਂ ਦੇ ਵੱਜਦੇ ਵਾਜੇ, ਉਹ ਵੀ ਚਲੇ ਗਏ ਬਿਨ ਦਾਜੇ। ਕੋਈ ਦੁਨੀਆ ਦਾ ਏਤਬਾਰ ਨਹੀਂ, ਉੱਠ ਜਾਗ ਕੁਰਾੜੇ ਮਾਰ ਨਹੀਂ। ਕਿੱਥੇ ਹੈ ਸੁਲਤਾਨ ਸਿਕੰਦਰ? ਰਾਜ ਭਾਗ ਦਾ ਹੰਕਾਰ ਕਰਦਾ ਹੋਇਆ ਸਿਕੰਦਰ ਵੀ ਤੁਰ ਗਿਆ ਖਾਲੀ ਹੱਥ। ਕਿੱਥੇ ਹੈ ਸੁਲਤਾਨ ਸਿਕੰਦਰ? ਮੌਤ ਨਾ ਛੱਡਦੀ ਪੀਰ ਪੈਗੰਬਰ, ਸਭੇ ਛੱਡ ਛੱਡ ਗਏ ਅਡੰਬਰ। ਕੋਈ ਇੱਥੇ ਪਾਏਦਾਰ ਨਹੀਂ, ਉੱਠ ਜਾਗ ਕੁਰਾੜੇ ਮਾਰ ਨਹੀਂ। ਇਹ ਸੌਣ ਤੇਰੇ ਦਰਕਾਰ ਨਹੀਂ। ਰਾਜ ਭਾਗ ਦਾ ਅਭਿਮਾਨ ਕਰਨ ਵਾਲੇ ਵੀ ਸਭ ਕੁਝ ਛੱਡ ਛਡਾ ਕੇ ਇੱਥੋਂ ਭਿਖਾਰੀਆਂ ਦੀ ਨਿਆਈ ਹੀ ਗਏ ਹਨ, ਖਾਲੀ ਹੱਥ। ਕੁਝ ਵੀ ਆਪਣਾ ਨਹੀਂ ਬਣਿਆ, ਫਿਰ ਦਾਅਵੇਦਾਰੀ ਕਿਸ ਗੱਲ ਦੀ? ਦੁਨੀਆ ਕਾ एतबार करें भी तो क्या करें, आंसू तो अपनी आँख का अपना हुआ नहीं। ਆਪਣੀ ਅੱਖ ਦਾ ਹੰਝੂ ਵੀ ਆਪਣਾ ਨਹੀਂ ਬਣਦਾ, ਬਾਹਰ ਵਹਿ ਜਾਂਦਾ ਹੈ। ਦੁਨੀਆ ਦੇ ਪਦਾਰਥਾਂ ਦਾ ਇਤਬਾਰ, ਇਸ ਤੇ ਦਾਅਵੇਦਾਰੀ ਭੁਲੇਖਾ ਹੈ। ਦਾਵਾ ਕਾਹੂ ਕੋ ਨਹੀਂ, ਵੱਡਾ ਦੇਸ਼ ਵੱਡ ਰਾਜ। ਬੇਸ਼ੱਕ ਵੱਡਾ ਰਾਜ, ਵੱਡਾ ਦੇਸ਼, ਹੁਕਮ ਹਕੂਮਤ ਤੈਨੂੰ ਮਿਲ ਜਾਵਣ। ਭਿਖਾਰੀ ਦਾ ਕਾਹਦਾ ਰਾਜ ਤੇ ਕਾਹਦਾ ਦੇਸ਼? ਤੈਨੂੰ ਮਿਲ ਗਿਆ ਹੋਵੇ ਸਭ ਕੁਝ, ਤੂੰ ਇੰਝ ਜਾਣੀ ਤੇਰੀ ਝੋਲੀ ਵਿੱਚ ਪਾ ਦਿੱਤਾ ਗਿਆ ਹੈ, ਪਰ ਪਾਉਣ ਵਾਲਾ ਮਾਲਕ ਪ੍ਰਮਾਤਮਾ। ਤੇ ਇਸ ਰਾਜ ਭਾਗ ਦਾ ਮਾਲਕ ਵੀ ਸਹੀ ਅਰਥਾਂ ਵਿੱਚ ਉਹ ਨਿਰੰਕਾਰ ਆਪ ਹੈ, ਤੂੰ ਨਹੀਂ। ਇਹ ਜਗਤ ਇੱਕ ਸਰਾਹ ਹੈ, ਇਸ ਵਿੱਚ ਸਮਾਂ ਬਿਤਾ ਕੇ ਤੂੰ ਚਲੇ ਜਾਣਾ ਹੈ। ਜੇ ਮਨੁੱਖ ਅੰਦਰ ਇਹ ਦਾਅਵੇਦਾਰੀ ਮਿਟ ਜਾਏ, ਸਾਰੇ ਝਗੜੇ ਹੀ ਸਮਾਪਤ ਹੋ ਜਾਣ। ਝਗੜੇ ਇਸੇ ਗੱਲ ਤੋਂ ਤਾਂ ਖੜੇ ਹੁੰਦੇ ਨੇ, ਮੇਰਾ ਤਨ ਅਰ ਧਨ ਮੇਰਾ, ਰਾਜ ਰੂਪ ਮੈਂ ਦੇਸ਼। ਸੁਤ ਦਾਰਾ ਬਨਿਤਾ ਅਨੇਕ, ਬਹੁਤ ਰੰਗ ਅਰ ਵੇਸ। ਪਰ ਸਤਿਗੁਰੂ ਕਹਿੰਦੇ ਨੇ, ਹਰ ਨਾਮ ਹਿਰਦੈ ਨ ਵਸਈ, ਕਾਰਜ ਕਿਤੇ ਨ ਲੇਖ। ਕੌਣ ਕੰਮ ਆਇਆ ਹੈ? सपनों के सारे शीश महल चकना चूर हुए, जब सांझ लगी घिरने अपने साए भी दूर हुए। अपना परछावां भी साथ नहीं दिंदा। दावा मनुख बन के बह जाता है पदार्थां दे उपर जो झूठा है। कबीर जी कहते ने, नहीं, भिखारी तो भी सबक लिया जा सकता है।
ਜਿਵੇਂ ਉਸ ਦੀ ਪਿੱਛਿਆ ਵਿੱਚ ਜੋ ਕੁਝ ਇਕੱਠਾ ਹੋ ਗਿਆ ਹੈ ਅਨੇਕ ਪ੍ਰਕਾਰ ਦਾ, ਉਸ ਨੂੰ ਇਤਨਾ ਅਹਿਸਾਸ ਤਾਂ ਹੋਣਾ ਚਾਹੀਦਾ ਹੈ ਕਿ ਦੇਣ ਵਾਲਾ ਕੋਈ ਹੋਰ ਹੈ। ਉਸ ਦੀ ਦਾਅਵੇਦਾਰੀ ਕਾਹਦੀ? ਸਾਰੇ ਦੇਸ਼ ਵਿੱਚ ਭਾਵੇਂ ਮੰਗਦਾ ਫਿਰੇ, ਪਰ ਭਗਤੀ ਦੇ ਮਾਰਗ ਵਿੱਚ ਸਾਨੂੰ ਮੰਗਣ ਦਾ ਉਪਦੇਸ਼ ਨਹੀਂ। ਅਸੀਂ ਸਧਾਰਨ ਲਫ਼ਜ਼ਾਂ ਦੇ ਅਰਥ 'ਤੇ ਨਾ ਰੁਕ ਜਾਈਏ, ਗਹਿਰਾਈ ਤੱਕ ਜਾਈਏ ਤਾਂ ਜੋ ਸਾਡੀ ਝੋਲੀ ਵਿੱਚ ਹੈ ਅਨੇਕ ਪ੍ਰਕਾਰ ਦੀਆਂ ਦਾਤਾਂ ਭਰੀਆਂ ਹੋਈਆਂ ਨੇ, ਇਹ ਪਾਉਣ ਵਾਲਾ ਕੋਈ ਹੋਰ ਹੈ, ਉਹ ਨਿਰੰਕਾਰ ਹੈ। ਉਸ ਦੇ ਸ਼ੁਕਰਾਨੇ ਵਿੱਚ ਜੁੜੀਏ, ਦਾਅਵੇ ਨਾ ਬੰਨੀਏ। ਭਾਵੇਂ ਵੱਡਾ ਦੇਸ਼ ਰਾਜ ਕਿਉਂ ਨਾ ਮਿਲ ਜਾਏ, ਹਕੂਮਤ ਬਖਸ਼ ਦੇਵੇ ਮਾਲਕ, ਕਰੋ, ਕੋਈ ਹਰਜਾ ਨਹੀਂ। ਵੱਡਾ ਕਾਰੋਬਾਰ ਬਖਸ਼ਦਾ ਹੈ, ਕਰੋ। ਦੌਲਤ ਦਿੱਤੀ ਹੈ, ਭੋਗੋ, ਲੇਕਿਨ ਦਾਅਵਾ ਨਹੀਂ ਕਰਨਾ। ਦਾਅਵੇਦਾਰੀਆਂ ਸਾਰੀਆਂ ਝੂਠੀਆਂ ਨੇ। ਕੌਣ ਜਾਣੇ ਕਦ ਸਭ ਕੁਝ ਛੱਡ ਛਡਾ ਕੇ ਜਾਣਾ ਪਵੇ। ਦਾਵਾ ਕਾਹੂ ਕੋ ਨਹੀਂ, ਵੱਡਾ ਦੇਸ਼ ਵੱਡ ਰਾਜ। ਹੁਣ ਕਬੀਰ ਜੀ ਦਾਅਵੇ ਤੋਂ ਕਿਉਂ ਰੋਕਦੇ ਨੇ, ਅਗਲੇ ਸ਼ਲੋਕ ਵਿੱਚ ਉਹਨਾਂ ਨੇ ਉਹ ਕਾਰਨ ਵੀ ਦੱਸ ਦਿੱਤਾ ਹੈ। ਕਬੀਰ ਦਾਵੈ ਦਾਜਨ ਹੋਤ ਹੈ, ਨਿਰਦਾਵੈ ਰਹਿ ਨਿਸੰਕ। ਜੋ ਜਨ ਨਿਰਦਾਵੈ ਰਹਿ, ਸੋ ਗਨੈ ਇੰਦਰ ਸੋ ਰੰਕ। ਜਿਹੜਾ ਆਦਮੀ ਦਾਅਵੇਦਾਰੀਆਂ ਬੰਨ੍ਹਦਾ ਹੈ, ਉਸ ਅੰਦਰ ਸੁਭਾਵਕ ਹੀ ਇੱਕ ਖਿੱਚ ਤਾਂ ਹੈ, ਪਕੜ ਹੈ। ਇਸੇ ਪਕੜ ਵਿੱਚ ਇੱਕ ਅੱਗ ਭਰੀ ਹੋਈ ਹੈ। ਪਦਾਰਥ ਦੁਨੀਆ ਦੇ ਉਹੀ ਨੇ, ਖਿੱਚ ਅਨੇਕਾਂ ਦੇ ਅੰਦਰ ਹੈ। ਇਸੇ ਲਈ ਪ੍ਰਤੀਸਪਰਧਾ ਹੈ, ਈਰਖਾ ਹੈ, ਵੈਰ ਵਿਰੋਧ ਨੇ। ਜਿੰਨਾ ਮਨੁੱਖ ਦਾਅਵੇਦਾਰੀ ਬੰਨ੍ਹਣ ਲੱਗ ਪਏ, ਅਹੰਕਾਰ ਓਨਾ ਮਜ਼ਬੂਤ ਹੋ ਗਿਆ। ਇਸ ਮਜ਼ਬੂਤ ਅਹੰਕਾਰ ਨੂੰ ਹਰ ਵੇਲੇ ਖਤਰਾ ਵੀ ਮਹਿਸੂਸ ਹੁੰਦਾ ਹੈ। ਕੋਈ ਦੂਜਾ ਨਾ ਇਸ 'ਤੇ ਕਬਜ਼ਾ ਕਰ ਲਵੇ। ਜਿੰਨੇ ਪਦਾਰਥ ਮੇਰੇ ਘਟ ਗਏ, ਓਨਾ ਮੈਂ ਛੋਟਾ ਹੋ ਜਾਵਾਂਗਾ। ਅਸੀਂ ਆਪਣੀ ਉਚਾਈ ਵੀ ਬੰਦਗੀ ਨਾਲ ਨਹੀਂ, ਪਦਾਰਥਾਂ ਨਾਲ ਦੇਖਦੇ ਹਾਂ। ਪਦਾਰਥ ਵਧੇਰੇ ਨੇ ਜੀ, ਇਹ ਵੱਡਾ ਆਦਮੀ ਹੈ। ਵਡਿਆਈ ਵਾਲੀ ਭਾਵੇਂ ਇੱਕ ਵੀ ਖੂਬੀ ਉਸ ਦੇ ਅੰਦਰ ਨਾ ਹੋਵੇ, ਪਰ ਦੁਨੀਆ ਦੀ ਰੀਤੀ ਬੜੀ ਉਲਟੀ ਹੈ। ਗਰੀਬ ਆਦਮੀ ਕਿਤਨਾ ਸਿਆਣਾ ਹੋਵੇ, ਉਸ ਦੀ ਗੱਲ ਕੋਈ ਸੁਣਦਾ ਹੀ ਨਹੀਂ। ਅਸੀਂ ਮੁਹਾਵਰਾ ਹੀ ਇਹ ਕੱਢ ਲਿਆ ਕਿ ਜਿਸ ਦੀ ਕੋਠੀ ਦਾਣੇ, ਉਸ ਦੇ ਕਮਲੇ ਵੀ ਸਿਆਣੇ। ਪਰ ਇਹ ਸੱਚਾਈ ਨਹੀਂ। ਲੋਕ ਅਗਰ ਕਮਲੇ ਨੂੰ ਸਿਆਣਾ ਮੰਨ ਕੇ ਉਸ ਦੀ ਗੱਲ 'ਤੇ ਚੱਲਣਗੇ, ਧੋਖਾ ਖਾਣਗੇ। ਕਬੀਰ ਸਾਹਿਬ ਕਹਿੰਦੇ ਨੇ, ਜੋ ਪਦਾਰਥ ਪਦਵੀਆਂ ਦੌਲਤਾਂ ਮਿਲੀਆਂ ਨੇ, ਜੇ ਇਹਨਾਂ ਦਾ ਦਾਅਵਾ ਕਰਨ ਲੱਗ ਪਿਆ, ਤੇਰੇ ਅੰਦਰ ਇੱਕ ਅੱਗ ਪੈਦਾ ਹੋ ਜਾਣੀ। ਹੰਕਾਰ ਪੈਦਾ ਹੋ ਗਿਆ, ਮੈਂ ਮਾਲਕ ਹਾਂ। ਮੋਹ ਪੈਦਾ ਹੋ ਗਿਆ, ਇਹ ਮੇਰੇ ਕਬਜ਼ੇ ਵਿੱਚੋਂ ਕਿਸੇ ਤਰ੍ਹਾਂ ਵੀ ਨਿਕਲ ਨਾ ਜਾਣ। ਮੈਂ ਮਾਲਕ ਬਣਿਆ ਰਹਾਂ ਤਾਂ ਵੱਡਾ ਹਾਂ। ਫਿਰ ਈਰਖਾ ਵਿਰੋਧ ਵੀ ਹੋਵੇਗਾ। ਕੋਈ ਜਾਪੇ ਕਿ ਇਹਨਾਂ ਪਦਾਰਥਾਂ 'ਤੇ ਹੋਰ ਦਾਅਵਾ ਕਰਨਾ ਚਾਹੁੰਦਾ ਹੈ, ਲੜਾਈ ਹੋਵੇਗੀ। ਦੇਸ਼ ਲੜਦੇ ਨੇ ਇੱਕ ਦੂਜੇ ਨਾਲ ਇਸ ਧਰਤੀ ਦੀ ਵੰਡ ਵਾਸਤੇ ਕਿ ਲਕੀਰ ਮੇਰੀ ਇੱਥੇ ਖਿੱਚੀ ਸਰਹੱਦ ਹੈ, ਇਸ ਤੋਂ ਪਾਰ ਕੋਈ ਕਦਮ ਕਿਵੇਂ ਤਰ ਜਾਏਗਾ ਮੇਰੀ ਮਰਜ਼ੀ ਤੋਂ ਬਗੈਰ? ਬਿਲਕੁਲ ਨਹੀਂ। ਇਹ ਦਾਅਵੇਦਾਰੀਆਂ ਦੇ ਹੀ ਤਾਂ ਸਾਰੇ ਝਗੜੇ ਹਨ। ਜੇ ਸਾਰੀ ਪ੍ਰਿਥਵੀ ਇੱਕ ਹੋ ਜਾਏ ਤਾਂ ਝਗੜੇ ਦਾ ਕੋਈ ਸਵਾਲ ਨਹੀਂ। ਇਹ ਸਾਰੀ ਜਨਤਾ ਸਾਰੀ ਪ੍ਰਿਥਵੀ 'ਤੇ ਆਸਾਨੀ ਨਾਲ ਘੁੰਮ ਸਕਦੀ ਹੈ, ਲੇਕਿਨ ਸਾਡੀਆਂ ਦਾਅਵੇਦਾਰੀਆਂ ਝਗੜਿਆਂ ਨੂੰ ਜਨਮ ਦਿੰਦੀਆਂ ਹਨ, ਵਰਲਡ ਵਾਰ ਤੱਕ ਪ੍ਰੇਰ ਕੇ ਲੈ ਜਾਂਦੀਆਂ ਹਨ। ਕਬੀਰ ਜੀ ਕਹਿੰਦੇ ਨੇ, ਬੜੀ ਭਿਅੰਕਰ ਅੱਗ ਹੈ, ਇਹ ਸਾੜ ਦਿੰਦੀ ਹੈ ਜੇ ਦਾਅਵੇਦਾਰੀ ਵਿੱਚ ਪੈ ਗਏ। ਕਬੀਰ ਦਾਵੈ ਦਾਜਨ ਹੋਤ ਹੈ,
ਨਿਰਦਾਵੇ ਰਹਿ ਨਿਸੰਕ। ਜੇ ਮਨੁੱਖ ਦਾਅਵੇਦਾਰੀ ਛੱਡ ਦੇਵੇ, ਇੰਨਾ ਹੀ ਸਮਝਣਾ ਹੈ ਕਿ ਦਾਤਾਂ ਮਾਲਕ ਦੀਆਂ ਹਨ। ਇਹ ਸਰੀਰ ਵੀ ਉਸ ਦੀ ਦਾਤ ਹੈ, ਪਦਾਰਥ ਵੀ ਉਸ ਦੀ ਬਖਸ਼ਿਸ਼ ਨੇ। ਭੋਗਦਾ ਹਾਂ, ਪਰ ਸ਼ੁਕਰਾਨੇ ਵਿੱਚ ਵੀ ਜੁੜਨਾ ਕਿ ਐ ਮਾਲਕ ਤੂੰ ਬੜੀ ਕਿਰਪਾ ਕੀਤੀ, ਮਨੁੱਖੀ ਸਰੀਰ ਬਖਸ਼ਿਆ, ਤੰਦਰੁਸਤੀ ਦਿੱਤੀ, ਇੰਨੇ ਪਦਾਰਥ ਬਖਸ਼ ਦਿੱਤੇ, ਤੇਰੀ ਮਿਹਰਬਾਨੀ ਹੈ। ਅਗਰ ਹਰ ਮਨੁੱਖ ਸ਼ੁਕਰਾਨਾ ਕਰਨਾ ਸਿੱਖ ਲਏ, ਦਾਅਵੇਦਾਰੀ ਛੱਡ ਦੇਵੇ, ਤਾਂ ਇਹ ਦੁਨੀਆ ਸਵਰਗ ਹੈ। ਨਿਰਦਾਵੇ ਵਿੱਚ ਰਹਿਣ ਵਾਲਾ ਬੰਦਾ ਨਿਸ਼ੰਕ ਰਹਿੰਦਾ ਹੈ। ਉਸ ਨੂੰ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਹੀਂ ਹੁੰਦੀ। ਜਿੰਨੀ ਦਾਅਵੇਦਾਰੀ ਬੰਨਾਂਗੇ ਓਨੀ ਚਿੰਤਾ ਵਧੇਰੇ ਹੋਵੇਗੀ। ਉਸ ਦਾ ਕਾਰਨ ਹੈ ਕਿਉਂਕਿ ਅਸੀਂ ਸਮਝਦੇ ਹਾਂ ਮਾਲਕ ਹਾਂ ਤੇ ਉਸ ਤੇ ਮੈਂ ਖੜੋਤੀ ਏ, ਚਿੰਤਾ ਨਾਲ ਖੜੀ ਹੈ ਕੋਈ ਹੋਰ ਨਾ ਇਸ ਤੇ ਕਬਜ਼ਾ ਕਰ ਲਵੇ। ਭਾਈ ਗੁਰਦਾਸ ਜੀ ਨੇ ਨਿਰਦਾਵੇ ਵਿੱਚ ਰਹਿਣ ਦੀ ਬੜੀ ਤਾਰੀਫ ਕੀਤੀ ਹੈ। ਰਾਜ ਭਾਗ ਸਭ ਕੁਝ ਪਾਸ ਹੋਵੇ, ਉਹ ਤਿਆਗ ਕੇ ਦੌੜਨ ਦੀ ਲੋੜ ਨਹੀਂ, ਨਾ ਘਰ-ਬਾਰ ਛੱਡ ਕੇ ਦੌੜਨ ਦੀ ਜ਼ਰੂਰਤ ਹੈ। ਹਰ ਪਦਾਰਥ ਜੋ ਮਿਲਿਆ ਭੋਗਣ ਦਾ ਤੈਨੂੰ ਅਧਿਕਾਰ ਹੈ। ਤਿਆਗ ਦੀ ਲੋੜ ਨਹੀਂ ਕਿ ਮੈਂ ਪੈਸੇ ਨੂੰ ਹੱਥ ਨਹੀਂ ਲਾਉਣਾ, ਚੇਲੇ ਭਾਵੇਂ ਸੰਭਾਲਣ ਲਈ ਰੱਖੇ ਹੋਏ ਹੋਵਣ, ਨਹੀਂ। ਤੈਨੂੰ ਜੀਵਨ ਦੀ ਜਾਂਚ ਆਉਣੀ ਚਾਹੀਦੀ ਹੈ। ਭਾਈ ਗੁਰਦਾਸ ਜੀ ਨੇ ਉਹ ਜਾਂਚ ਸਮਝਾਈ। ਬਿਲਕੁਲ ਕਬੀਰ ਜੀ ਦੇ ਇਹਨਾਂ ਬਚਨਾਂ ਨਾਲ ਮੇਲ ਖਾਂਦੇ ਬਚਨ ਉਹਨਾਂ ਨੇ ਕਹੇ ਤੇ ਆਖਣ ਲੱਗੇ, ਮੈਂ ਉਸ ਆਦਮੀ ਤੋਂ ਕੁਰਬਾਨ ਹਾਂ ਜਿਸ ਨੂੰ ਜੀਵਨ ਦੀ ਇਹ ਜਾਂਚ ਆ ਗਈ। ਹੋਂ ਤਿਸ ਵਿਟਹੁ ਵਾਰਿਆ, ਹੁੰਦਾ ਤਾਣ ਜੋ ਹੋਏ ਨਿਤਾਣਾ। ਤਾਕਤ ਹੋਵੇ ਪਰ ਦਿਖਾਉਂਦਾ ਨਾ ਫਿਰੇ, ਬਲ ਹੋਵੇ ਪਰ ਬਲ ਨਾਲ ਲੋਕਾਂ ਨੂੰ ਡਰਾਉਂਦਾ ਨਾ ਫਿਰੇ, ਨੀਵਾਂ ਹੋ ਕੇ ਰਹੇ। ਹੋਂ ਤਿਸ ਵਿਟਹੁ ਵਾਰਿਆ, ਹੁੰਦਾ ਤਾਣ ਜੋ ਹੋਏ ਨਿਤਾਣਾ। ਹੋਂ ਤਿਸ ਵਿਟਹੁ ਵਾਰਿਆ, ਹੁੰਦਾ ਮਾਣ ਜੋ ਰਹਿ ਨਿਮਾਣਾ। ਹੋਂ ਤਿਸ ਵਿਟਹੁ ਵਾਰਿਆ, ਛੋੜ ਸਿਆਣਪ ਹੋਏ ਇਆਣਾ। ਜਿਸ ਦੇ ਅੰਦਰ ਸਿਆਣਪ ਹੈ ਪਰ ਸਮਝੇ ਕਿ ਮੇਰੀ ਅਕਲ ਕੋਈ ਪਰਮਾਤਮਾ ਦੇ ਮੁਕਾਬਲੇ ਤੇ ਥੋੜ੍ਹੀ ਹੈ ਕਿ ਉਸ ਦਾ ਹਰ ਰਹੱਸ ਮੈਂ ਸਮਝ ਲਵਾਂਗਾ, ਕੋਈ ਦਾਅਵੇਦਾਰੀ ਨਹੀਂ। ਹੋਂ ਤਿਸ ਵਿਟਹੁ ਵਾਰਿਆ, ਖਸਮੈ ਦਾ ਭਾਵੈ ਜਿਸ ਭਾਣਾ। ਰੱਬ ਦੀ ਰਜ਼ਾ ਵਿੱਚ ਜੋ ਪ੍ਰਸੰਨ ਹੈ ਉਸ ਤੋਂ ਮੈਂ ਸਦਕੇ ਹਾਂ। ਹੋਂ ਤਿਸ ਵਿਟਹੁ ਵਾਰਿਆ, ਗੁਰਮੁਖ ਮਾਰਗ ਦੇਖ ਲੁਭਾਣਾ। ਗੁਰੂ ਦੇ ਰਾਹ ਤੇ ਚੱਲੇ ਤੇ ਇਹ ਚੇਤੇ ਰੱਖੇ, ਹੋਂ ਤਿਸ ਵਿਟਹੁ ਵਾਰਿਆ, ਚੱਲਣ ਜਾਣ ਜੁਗਤ ਮਹਿਮਾਣਾ। ਕਿ ਇਸ ਸੰਸਾਰ ਤੇ ਮਹਿਮਾਨ ਦੀ ਨਿਆਈ ਹਾਂ, ਜ਼ਿੰਦਗੀ ਦੀ ਰਾਤ ਕੱਟ ਕੇ ਤੁਰ ਜਾਣਾ ਹੈ। ਚੱਲਣ ਜਾਣ ਜੁਗਤ ਮਹਿਮਾਣਾ। ਐਸਾ ਮਨੁੱਖ ਪ੍ਰਵਾਨ ਚੜ੍ਹ ਜਾਂਦਾ ਹੈ। ਦੀਨ ਦੁਨੀ ਦਰਗਹ ਪ੍ਰਵਾਣਾ। ਇਸ ਸੰਸਾਰ ਵਿੱਚ ਵੀ ਉਹ ਸੁਖੀ ਹੈ, ਪਰਲੋਕ ਵਿੱਚ ਵੀ ਉਹ ਸੁੱਖ ਦਾ ਅਧਿਕਾਰੀ ਬਣ ਗਿਆ ਹੈ। ਕਬੀਰ ਜੀ ਕਹਿੰਦੇ ਨੇ, ਦਾਅਵੇਦਾਰੀ ਮਨੁੱਖ ਨੂੰ ਸਾੜਦੀ ਹੈ, ਇੱਕ ਅੱਗ ਬਣ ਜਾਂਦੀ ਹੈ। ਨਿਰਦਾਵੇ ਰਹਿਣਾ ਚੰਗਾ ਹੈ, ਆਦਮੀ ਚਿੰਤਾ ਤੋਂ ਮੁਕਤ ਹੋ ਜਾਂਦਾ ਹੈ। ਦਾਤਾਂ ਮਾਲਕ ਦੀਆਂ ਉਹ ਜਾਣੇ। ਕਬੀਰ ਦਾਵੇ ਦਾਜਨ ਹੋਤ ਹੈ, ਨਿਰਦਾਵੇ ਰਹਿ ਨਿਸੰਕ। ਜੋ ਜਨ ਨਿਰਦਾਵੇ ਰਹਿ, ਸੋ ਗਨੈ ਇੰਦਰ ਸੋ ਰੰਕ। ਜਿਹੜਾ ਆਦਮੀ ਇੰਜ ਦਾਅਵੇਦਾਰੀ ਤੋਂ ਉੱਪਰ ਉੱਠ ਗਿਆ, ਜਿਨ੍ਹਾਂ ਅੰਦਰ ਦੂਜੇ ਪਾਸੇ ਦਾਅਵੇਦਾਰੀ ਦੀ ਖਿੱਚ ਹੈ, ਉਹ ਤਾਂ ਦੁਨੀਆ ਦੇ ਪਦਾਰਥ ਪ੍ਰਾਪਤ ਕਰਕੇ ਵੀ ਕੋਈ ਪ੍ਰਸੰਨ ਨਹੀਂ ਹੋ ਗਏ। ਖਿੱਚ ਵੱਧ ਗਈ ਹੈ। ਤਿਆਗੀਆਂ ਦੀ ਹਾਲਤ ਵੀ ਭੈੜੀ ਹੈ। ਉਹ ਆਖਦੇ ਨੇ ਇਸ ਲਈ ਤਿਆਗਿਆ ਹੈ, ਇੰਦਰ ਦਾ ਰਾਜ ਪ੍ਰਾਪਤ ਕਰਨਾ ਹੈ। ਉਸ ਨੂੰ ਵੱਡੀ ਜਾਇਦਾਦ ਸਮਝਦੇ ਨੇ।
ਪਰ ਜੋ ਮਨੁੱਖ ਨਿਰਦਾਵੇ ਰਹਿਣਾ ਸਿੱਖ ਗਿਆ ਹੈ, ਉਹ ਇੰਦਰ ਵਰਗਿਆਂ ਨੂੰ ਵੀ ਕੰਗਾਲ ਹੀ ਸਮਝਦਾ ਹੈ। ਮਤਲਬ ਇਹ ਹੈ ਕਿ ਧਨਾਡਾਂ ਦੀ ਵੀ ਪਰਵਾਹ ਨਹੀਂ ਕਰਦਾ। ਨਾ ਉਸ ਅੰਦਰ ਸਵਰਗ ਦੀ ਕੋਈ ਲਾਲਸਾ ਹੈ ਕਿ ਇੰਦਰਪੁਰੀ 'ਤੇ ਕਬਜ਼ਾ ਕਰਨਾ ਹੈ, ਕਿ ਸ਼ਿਵਪੁਰੀ ਜਾਣਾ ਹੈ। ਕੋਈ ਤਮੰਨਾ ਹੀ ਨਾ ਰਹੀ। ਮਾਲਕ ਦੀ ਰਜ਼ਾ ਵਿੱਚ ਰਾਜ਼ੀ ਹੋਣਾ ਸਿੱਖ ਲਿਆ। ਜੋ ਤੂੰ ਬਖਸ਼ੇ ਉਸ ਵਿੱਚ ਮੈਂ ਪ੍ਰਸੰਨ ਹਾਂ। ਐਸੇ ਇਨਸਾਨ ਨੂੰ ਕੋਈ ਦੁਖੀ ਨਹੀਂ ਕਰ ਸਕੇਗਾ। ਉਸ ਵਾਸਤੇ ਇੰਦਰ ਵਰਗੇ ਵੀ ਕੰਗਾਲ ਨੇ, ਕੁਝ ਨਹੀਂ ਸਮਝੇਗਾ। ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤੇਰੇ ਨਹੀਂ ਆਨਿਓ। ਉਹ ਕਿਸੇ ਨੂੰ ਅੱਖ ਥੱਲੇ ਨਹੀਂ ਲਿਆਉਂਦਾ, ਨਾ ਕਿਸੇ ਦੀ ਖੁਸ਼ਾਮਦ ਕਰਦਾ ਹੈ, ਨਾ ਕਿਸੇ ਦੇ ਦਰ ਵੱਲ ਭਿਖਾਰੀ ਬਣ ਕੇ ਤੱਕਦਾ ਹੈ, ਤੇ ਨਾ ਉਸ 'ਤੇ ਕਬਜ਼ਾ ਕਰਨ ਲਈ ਹੰਕਾਰੀ ਬਣ ਕੇ ਤੱਕਦਾ। ਨਾ ਭਿਖਾਰੀ ਨਾ ਹੰਕਾਰੀ, ਰਜ਼ਾ ਵਿੱਚ ਰਾਜ਼ੀ ਹੈ। ਉਸ ਅੰਦਰ ਕੋਈ ਅੱਗ ਨਹੀਂ, ਕੋਈ ਤ੍ਰਿਸ਼ਨਾ ਨਹੀਂ, ਕੋਈ ਮੋਹ ਨਹੀਂ, ਕੋਈ ਹੰਕਾਰ ਨਹੀਂ। ਜਿੰਨੀ ਦੇਰ ਮਨੁੱਖ ਇਹਨਾਂ ਦਾਵਨ ਦਾਜਿਆਂ ਵਿੱਚ ਪਿਆ ਹੋਇਆ ਹੈ, ਉਤਨੀ ਦੇਰ ਤਾਂ ਹਾਲਤ ਖਰਾਬ ਰਹੇਗੀ, ਆਨੰਦ ਵਿੱਚ ਮਗਨ ਨਹੀਂ ਹੋ ਸਕੇਗਾ। ਹਾਲਾਂਕਿ ਸੰਤੁਸ਼ਟ ਹੋਣ ਦਾ ਸਰੋਤ ਵੀ ਅੰਦਰ ਹੀ ਕਾਇਮ ਸੀ, ਪਰ ਧਿਆਨ ਹੀ ਉਸ ਪਾਸੇ ਵੱਲ ਨਹੀਂ। ਕਬੀਰ ਸਾਹਿਬ ਕਹਿੰਦੇ ਨੇ, ਮੈਂ ਪ੍ਰਸੰਨ ਹਾਂ, ਨਿਰੰਕਾਰ ਦਾ ਜਿਤਨਾ ਸ਼ੁਕਰਾਨਾ ਕਰਾਂ ਥੋੜਾ ਹੈ। ਮੈਂ ਦਾਅਵੇਦਾਰੀਆਂ ਤੋਂ ਉੱਪਰ ਉੱਠ ਗਿਆ। ਅੰਦਰਲੇ ਸਰੋਵਰ ਨਾਲ, ਅੰਮ੍ਰਿਤ ਦੇ ਚਸ਼ਮੇ ਨਾਲ ਮੇਰੀ ਸਾਂਝ ਬਣ ਗਈ। ਬਾਹਰ ਦੀ ਭਟਕਣਾ ਸਮਾਪਤ ਹੋ ਗਈ। ਪਰ ਆਮ ਸੰਸਾਰ ਪਾਸ ਸਰੋਵਰ ਹੋਣ ਦੇ ਬਾਵਜੂਦ ਵੀ ਪਿਆਸਾ ਦਿਖਾਈ ਦਿੰਦਾ ਹੈ। ਕਬੀਰ ਪਾਲ ਸਮੂਹਾ ਸਰਵਰ ਭਰਾ, ਪੀ ਨਾ ਸਕੈ ਕੋਈ ਨੀਰ। ਭਾਗ ਵੱਡੇ ਤੈਂ ਪਾਇਓ ਤੂੰ ਭਰ ਭਰ ਪੀਓ ਕਬੀਰ। ਪਾਲ ਆਖਦੇ ਨੇ ਬਾਉਂਡਰੀ ਨੂੰ, ਕਿਨਾਰਾ, ਕੰਢਾ। ਜਿਹੜਾ ਨੱਕੋ ਨੱਕ ਭਰਿਆ ਪਿਆ ਤਲਾਬ ਹੈ ਕੰਢਿਆਂ ਤਾਈਂ। ਅੰਦਰਲੇ ਅੰਮ੍ਰਿਤ ਸਰੋਵਰ ਵਿੱਚ ਕਦੀ ਕਮੀ ਘਾਟ ਆਉਂਦੀ ਹੀ ਨਹੀਂ। ਪਰਮਾਤਮਾ ਨੇ ਖੂਬ ਭਰ ਰੱਖਿਆ ਹੈ, ਲੇਕਿਨ ਉਸ ਪਾਸੇ ਸਾਡਾ ਧਿਆਨ ਨਹੀਂ। ਸਰੋਵਰ ਦੇ ਪਾਸ ਵੀ ਅਸੀਂ ਪਿਆਸੇ ਹੀ ਬੈਠੇ ਹੋਏ ਹਾਂ। ਸਾਡੀਆਂ ਬਾਹਰ ਦੀਆਂ ਖਿੱਚੀਆਂ ਦੀਵਾਰਾਂ ਉਸ ਪਾਸੇ ਦੇਖਣ ਹੀ ਨਹੀਂ ਦਿੰਦੀਆਂ। ਇਹ ਦਾਅਵੇਦਾਰੀ ਦੀ ਅੱਗ ਵਿੱਚ ਸੜ ਰਹੇ ਹਾਂ। ਅੰਦਰਲੇ ਅੰਮ੍ਰਿਤ ਦੇ ਸਰੋਵਰ ਵੱਲ ਸਾਡਾ ਧਿਆਨ ਹੀ ਨਹੀਂ। ਉਹ ਅੰਮ੍ਰਿਤ ਪੀਤਾ ਹੀ ਨਹੀਂ, ਉਹ ਨੀਰ ਪੀ ਕੇ ਪਿਆਸ ਬੁਝਾਈ ਹੀ ਨਾ। ਹਾਲਾਂਕਿ ਮਹਾਂਪੁਰਸ਼ਾਂ ਨੇ ਬਾਰ ਬਾਰ ਤਾਕੀਦਾਂ ਕਰ ਕਰਕੇ ਉਸ ਅੰਮ੍ਰਿਤ ਦੀ ਖਬਰ ਦਿੱਤੀ ਹੈ। ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ। ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹੋ ਰਸ ਨਹੀਂ ਭਾਵਾ। ਕਬੀਰ ਜੀ ਦੇ ਹੀ ਇਹ ਬਚਨ ਹਨ। ਜਦ ਉਸ ਰਸ ਨੂੰ ਜਾਣ ਲਿਆ, ਫਿਰ ਦੁਨੀਆ ਦੇ ਰਸ ਉਸ ਰਸ ਦੇ ਸਾਹਮਣੇ ਸਭ ਫਿੱਕੇ ਪੈ ਗਏ। ਜਿਨ੍ਹਾਂ 'ਤੇ ਬੜੇ ਅਹੰਕਾਰ ਦੇ ਜਾਲ ਫੈਲਾਏ ਹੋਏ ਸਨ, ਝੰਡੇ ਗੱਡੇ ਹੋਏ ਸਨ, ਉਹ ਸਭ ਬੇਕਾਰ ਜਾਪਣ ਲੱਗ ਪਏ ਉਸ ਰਸ ਦੇ ਸਾਹਮਣੇ। ਫੀਕੇ ਹਰ ਕੇ ਨਾਮ ਬਿਨ ਸਾਧ, ਹਰੀ ਨਾਮ ਬਿਨ ਸਭ ਸਵਾਦ ਫਿੱਕੇ ਨੇ। ਅੰਮ੍ਰਿਤ ਰਸ ਕੀਰਤਨ ਹਰ ਗਾਈਐ, ਅਹਨਿਸ ਪੂਰਨ ਨਾਦ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਇਸ ਲਈ ਦਿਨ ਰਾਤ ਹਰ ਰੋਜ਼ ਉਸ ਦੀ ਕੀਰਤੀ ਵਿੱਚ ਲੀਨ ਰਹਿਣਾ ਚਾਹੀਦਾ ਹੈ ਕਿ ਇਹ ਰਸ ਮਿਲਦਾ ਰਹੇ। ਜਦੋਂ ਗੁਣ ਗਾਉਣ ਦੀ ਪ੍ਰੇਰਨਾ ਦਿੱਤੀ, ਸਵਾਦ ਦਾ ਜ਼ਿਕਰ ਸਤਿਗੁਰੂ ਜੀ ਨੇ ਬਹੁਤ ਵਾਰੀ ਉਚੇਚੇ ਤੌਰ 'ਤੇ ਕੀਤਾ। ਮਿੱਠੇ ਹਰ ਗੁਣ ਗਾਓ ਜਿੰਦੂ, ਤੂੰ ਮਿੱਠੇ ਹਰ ਗੁਣ ਗਾਓ।
ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇੱਕ ਫਰਮਾਨ ਹੈ, ਹਰ ਰਸ ਪੀਵੈ ਅਲਮਸਤ ਮਤਵਾਰਾ, ਆਨ ਰਸਾ ਸਭ ਹੋਛੇ ਰੇ। ਉਸ ਦੇ ਮੁਕਾਬਲੇ ਤੇ ਸਭ ਰਸ ਹੋਛੇ ਹਨ। ਰਸਨਾ ਨੂੰ ਵੀ ਪ੍ਰੇਰਨਾ ਕੀਤੀ, ਆਨ ਰਸਾ ਜੇਤੇ ਤੈਂ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ। ਹਰ ਰਸ ਕਾ ਤੂੰ ਚਾਖੈ ਸਾਧ, ਚਾਖਤ ਹੋਏ ਰਹੈ ਬਿਸਮਾਦ। ਅੰਮ੍ਰਿਤ ਰਸਨਾ ਪੀਓ ਪਿਆਰੀ, ਇਹ ਰਸ ਰਾਤੀ ਹੋਏ ਤ੍ਰਿਪਤਾਰੀ। ਤ੍ਰਿਪਤ ਹੋ ਜਾਵੇਂਗੀ। ਕਬੀਰ ਜੀ ਕਹਿੰਦੇ ਨੇ, ਮੈਂ ਹੈਰਾਨ ਹਾਂ ਕਿ ਹਰ ਇੱਕ ਦੇ ਅੰਦਰ ਇਹ ਸਰੋਵਰ ਕੰਢਿਆਂ ਤੱਕ ਭਰਿਆ ਪਿਆ ਹੈ ਪ੍ਰਭੂ ਅੰਮ੍ਰਿਤ ਦਾ, ਪਰ ਮਨੁੱਖ ਬਾਹਰ ਦੀਆਂ ਦਾਅਵੇਦਾਰੀਆਂ 'ਚ ਗਰਸਿਆ ਹੋਇਆ ਸੜ ਰਿਹਾ ਹੈ, ਪਿਆਸਾ ਮਰ ਰਿਹਾ ਹੈ, ਤ੍ਰਿਸ਼ਨਾ ਮੁੱਕਦੀ ਹੀ ਨਹੀਂ, ਇਹ ਜਲ ਪੀਂਦਾ ਹੀ ਨਹੀਂ। ਕਬੀਰ ਪਾਲ ਸਮੋਹਾ ਸਰਵਰ ਭਰਾ, ਪੀ ਨਾ ਸਕੈ ਕੋਈ ਨੀਰ। ਭਾਗ ਵੱਡੇ ਤੈਂ ਪਾਇਓ, ਤੂੰ ਭਰ ਭਰ ਪੀਓ ਕਬੀਰ। ਕਬੀਰ ਜੀ ਕਹਿੰਦੇ ਨੇ, ਚੰਗਾ ਹੋਇਆ ਤੂੰ ਵੱਡੇ ਭਾਗਾਂ ਵਾਲਾ ਬਣ ਗਿਓ, ਤੈਨੂੰ ਇਹ ਪਾਣੀ ਦਿਸ ਪਿਆ, ਇਹ ਅੰਮ੍ਰਿਤ ਦਿਖਾਈ ਦੇ ਗਿਆ। ਹੁਣ ਸਵਾਸ ਸਵਾਸ ਜਪ, ਹਰ ਸਵਾਸ ਦੇ ਪਿਆਲੇ ਵਿੱਚ ਨਾਮ ਦਾ ਅੰਮ੍ਰਿਤ ਭਰ ਭਰ ਕੇ ਪੀ, ਸਦਾ ਲਈ ਤ੍ਰਿਪਤੀ ਮਿਲੀ ਰਹੇ। ਤੂੰ ਭਰ ਭਰ ਪੀਓ ਕਬੀਰ। ਹਰ ਸਵਾਸ ਦੇ ਪਿਆਲੇ ਵਿੱਚ ਹਰੀ ਨਾਮ ਦਾ ਅੰਮ੍ਰਿਤ ਭਰ ਕੇ ਐ ਕਬੀਰ ਤੂੰ ਪੀਂਦਾ ਰਹਿ। ਤੇਰੇ ਵੱਡੇ ਭਾਗ ਨੇ, ਇਹ ਤੈਨੂੰ ਨਸੀਬ ਹੋ ਗਿਆ ਹੈ, ਮਿਲ ਗਿਆ ਹੈ। ਬੜੀ ਦੁਨੀਆ ਹੈ, ਪਾਸ ਸਰੋਵਰ ਹੁੰਦਿਆਂ ਵੀ ਤ੍ਰਿਸ਼ਨਾ ਦੀ ਸਤਾਈ ਪਿਆਸੀ ਫਿਰ ਰਹੀ ਹੈ। 171ਵਾਂ ਸ਼ਲੋਕ ਹੈ, ਕਬੀਰ ਪ੍ਰਭਾਤੇ ਤਾਰੇ ਖਿਸੈ, ਤਿਉ ਇਹੋ ਖਿਸੈ ਸਰੀਰ। ਇਹ ਦੋਏ ਅੱਖਰ ਨਾ ਖਿਸੈ, ਸੋ ਗਹਿ ਰਹਿਓ ਕਬੀਰ। ਜਦ ਸੂਰਜ ਨਿਕਲਦਾ ਹੈ ਤਾਂ ਰਾਤ ਦੇ ਜੋ ਤਾਰੇ ਚਮਕਦੇ ਨੇ, ਸਾਰੀ ਰਾਤ ਆਪਣਾ ਆਪਾ ਦਿਖਾਉਂਦੇ ਰਹੇ। ਉਹ ਸਭ ਜਿਵੇਂ ਜਿਵੇਂ ਪ੍ਰਭਾਤ ਨੇੜੇ ਆਉਂਦੀ ਏ, ਮੱਧਮ ਪੈਂਦੇ ਜਾਂਦੇ ਨੇ। ਜਿਸ ਵੇਲੇ ਸੂਰਜ ਸਾਹਮਣੇ ਆ ਗਿਆ, ਉਸ ਵੇਲੇ ਇਹ ਸਭ ਤਾਰੇ ਇੰਨੇ ਕਮਜ਼ੋਰ ਪੈ ਗਏ ਕਿ ਦਿਖਾਈ ਨਹੀਂ ਦਿੰਦੇ। ਖਿਸਣ ਦਾ ਮਤਲਬ ਹੁੰਦਾ ਹੈ ਮੱਧਮ ਪੈਣਾ, ਕਮਜ਼ੋਰ ਪੈ ਜਾਣਾ। ਹੁਣ ਇਸ ਦਾ ਪੈਰ ਖਿਸਦਾ ਹੈ, ਪਿੱਛੇ ਨੂੰ ਜਾਂਦਾ ਹੈ, ਕਮਜ਼ੋਰੀ ਆ ਗਈ ਹੈ। ਤਾਰੇ ਮਿਟ ਨਹੀਂ ਜਾਂਦੇ, ਖਿਆਲ ਰੱਖਣਾ। ਦਿਨ ਚੜ੍ਹਿਆ ਹੈ ਤਾਂ ਤਾਰੇ ਕੋਈ ਖਤਮ ਨਹੀਂ ਹੋ ਗਏ, ਲੇਕਿਨ ਸੂਰਜ ਦੀ ਰੌਸ਼ਨੀ ਦਾ ਇਹ ਪ੍ਰਭਾਵ ਇਤਨਾ ਜ਼ਿਆਦਾ ਹੈ ਕਿ ਤਾਰਿਆਂ ਦੀ ਰੌਸ਼ਨੀ, ਉਹਨਾਂ ਦੀ ਚਮਕ ਪ੍ਰਤੀਤ ਹੀ ਨਹੀਂ ਹੁੰਦੀ। ਔਰ ਤਾਰੇ ਸੂਰਜ ਨਾਲੋਂ ਬਹੁਤ ਦੂਰ ਨੇ ਧਰਤੀ ਤੋਂ। ਜਿਹੜੀ ਲਾਈਟ ਸਾਨੂੰ ਰਾਤ ਨੂੰ ਤਾਰਿਆਂ ਦੀ ਦਿਖਾਈ ਵੀ ਦਿੰਦੀ ਹੈ, ਰਿਸਰਚ ਕਰਨ ਤੇ ਪਤਾ ਲੱਗਾ ਹੈ ਕਿ ਜਿਹੜੀ ਘੱਟ ਤੋਂ ਘੱਟ ਵੀ 4 ਸਾਲ ਪਹਿਲਾਂ ਦੀ ਉਹ ਲਾਈਟ ਹੈ ਜਿੱਥੇ ਤਾਰਾ ਦਿਖਾਈ ਦੇ ਰਿਹਾ, ਘੱਟ ਤੋਂ ਘੱਟ 4 ਸਾਲ ਪਹਿਲਾਂ ਦੀ ਲਾਈਟ। ਤੇ ਜਿਹੜੇ ਦੂਰ ਦੇ ਤਾਰੇ ਨੇ, ਤਿਨਾਂ ਦੀ ਰੌਸ਼ਨੀ ਬਾਰੇ ਤਾਂ ਸਾਇੰਸਦਾਨ ਆਖਦੇ ਨੇ ਉਹ 65 ਮਿਲੀਅਨ ਲਾਈਟ ਈਅਰਸ ਪਹਿਲਾਂ ਦੀ ਵੀ ਰੌਸ਼ਨੀ ਹੋ ਸਕਦੀ ਹੈ ਜਿੱਥੇ ਅੱਜ ਪ੍ਰਤੀਤ ਹੋ ਰਹੀ ਹੈ। ਕਿਉਂਕਿ ਵਿੱਥ ਇੰਨੀ ਵਧੇਰੇ ਹੈ, ਕਿਤਨੀ ਦੂਰੀ ਤੇ ਨੇ ਇਸ ਪਸਾਰੇ ਦਾ ਕੋਈ ਅੰਤ ਥੋੜੀ ਆ ਗਿਆ, ਆਏਗਾ ਵੀ ਨਹੀਂ। ਚੰਦਰਮਾ ਦੀ ਰੌਸ਼ਨੀ ਵੀ ਧਰਤੀ ਤੇ 1 ਮਿੰਟ ਤੇ 26 ਸੈਕਿੰਡ ਵਿੱਚ ਪਹੁੰਚਦੀ ਹੈ। ਨੇੜੇ ਦਾ ਗ੍ਰਹਿ ਜੋ ਸੂਰਜ ਦੀ ਰੌਸ਼ਨੀ ਚੰਦਰਮਾ ਰਿਫਲੈਕਟ ਕਰਕੇ ਭੇਜਦਾ ਹੈ ਧਰਤੀ ਤੇ, 1 ਮਿੰਟ ਤੇ 26 ਸੈਕਿੰਡ ਉਸ ਨੂੰ ਵੀ ਲੱਗ ਜਾਂਦੇ ਨੇ। ਤੇ ਸੂਰਜ ਤੋਂ ਸਿੱਧੀ ਆਉਣ ਵਾਲੀ ਰੌਸ਼ਨੀ 8 ਮਿੰਟ 17 ਸੈਕਿੰਡ ਲੈਂਦੀ ਹੈ ਜ਼ਮੀਨ ਤੇ ਪਹੁੰਚਣ ਵਾਸਤੇ।
ਪਰ ਸੂਰਜ ਕਿਉਂਕਿ ਧਰਤੀ ਨਾਲੋਂ ਬਹੁਤ ਵੱਡਾ ਹੈ। ਹਾਲਾਂਕਿ ਇੰਨੀ ਦੂਰੀ ਤੇ ਹੈ, ਫਿਰ ਵੀ ਰੌਸ਼ਨੀ ਨਾਲ ਭਰ ਦਿੰਦਾ ਹੈ। ਦੂਰੀ ਵੀ ਕੋਈ ਘੱਟ ਨਹੀਂ। ਧਰਤੀ ਤੋਂ ਇਹ ਸੂਰਜ 14,97,893 ਕਿਲੋਮੀਟਰ ਦੂਰ ਹੈ। ਇਸ ਜ਼ਮੀਨ ਤੋਂ ਸੂਰਜ ਦੀ ਦੂਰੀ ਇੰਨੀ ਹੈ, 14,95,97,893 ਕਿਲੋਮੀਟਰ ਧਰਤੀ ਤੋਂ ਦੂਰ ਹੈ। ਇਤਨਾ ਵੱਡਾ ਕਿ 100 ਗੁਣਾ ਤੋਂ ਵੀ ਵੱਧ ਧਰਤੀ ਨਾਲੋਂ। ਇਸ ਦਾ ਦਾਇਰਾ ਵਿਗਿਆਨਕ ਆਖਦੇ ਨੇ 13,91,940 ਕਿਲੋਮੀਟਰ ਹੈ। ਇਸ ਦੀ ਰੌਸ਼ਨੀ, ਕਿਉਂਕਿ ਤਾਰਿਆਂ ਨਾਲੋਂ ਸੂਰਜ ਬੜਾ ਨੇੜੇ ਹੈ, ਕਈ ਤਾਰੇ ਇਸ ਨਾਲੋਂ ਕਿਤੇ ਵੱਡੇ ਹੋਣਗੇ, ਪਰ ਵਿੱਥ ਇੰਨੀ ਹੈ ਕਿ ਉਹ ਰੌਸ਼ਨੀ ਇੱਥੇ ਤੱਕ ਕਿੰਨੀ 65 ਮਿਲੀਅਨ ਲਾਈਟ ਈਅਰ ਤੋਂ ਬਾਅਦ ਪਹੁੰਚ ਰਹੀ। ਕਿੰਨੀ ਦੂਰੀ ਹੋਵੇਗੀ? 1,86,000 ਮੀਲ ਪ੍ਰਤੀ ਸੈਕਿੰਡ ਚੱਲੇ ਤੇ ਫਿਰ ਵੀ ਇੰਨਾ ਸਮਾਂ ਲੈ ਲਏ। ਪਰ ਸੂਰਜ ਦੇ ਨਿਕਲਣ ਤੇ ਤਾਰੇ ਖਿਸ ਜਾਂਦੇ ਨੇ, ਮਿਟਦੇ ਨਹੀਂ, ਕਮਜ਼ੋਰ ਪੈ ਜਾਂਦੇ ਨੇ। ਕਮਜ਼ੋਰ ਪੈ ਜਾਣ ਦਾ ਮਤਲਬ ਇਤਨਾ ਹੀ ਹੈ ਕਿ ਉਹ ਤਾਰੇ ਸਾਨੂੰ ਦਿਖਾਈ ਨਹੀਂ ਦਿੰਦੇ। ਉਹਨਾਂ ਦਾ ਪ੍ਰਭਾਵ ਪ੍ਰਿਥਵੀ 'ਤੇ ਜਿਵੇਂ ਰਾਤ ਸੀ ਕਿ ਕੋਈ ਮੁਸਾਫਰ ਤਾਰਿਆਂ ਵੱਲ ਦੇਖ ਕੇ ਤੁਰੇ, ਨਹੀਂ, ਦਿਨ ਵੇਲੇ ਉਹਨਾਂ ਦੀ ਲੋ ਦਿਖਾਈ ਵੀ ਨਹੀਂ ਦਿੰਦੀ। ਸਿਮਰਨ ਕਰਨ ਵਾਲੇ ਮਨੁੱਖ ਦੇ ਅੰਦਰ ਇਹ ਗੱਲ ਨਹੀਂ ਕਿ ਉਹ ਇੰਦਰੀਆਂ ਨੂੰ ਬਿਲਕੁਲ ਛੱਡ ਬੈਠਦਾ ਹੈ। ਇਹ ਗਲਤ ਕਹਾਣੀਆਂ ਨੇ ਕਿ ਰੂਪ ਦੇਖ ਕੇ ਮਨ ਮੋਹਿਤ ਹੋਇਆ ਤੇ ਅੱਖਾਂ 'ਚ ਸਲਾਈਆਂ ਮਾਰ ਲਈਆਂ ਕਿ ਅੰਨਾ ਹੋ ਜਾਣਾ, ਗਾਂ ਦੇਖਣਾ ਹੀ ਨਹੀਂ। ਇਹ ਤਾਂ ਭਗਤੀ ਦਾ ਮਾਰਗ ਨਾ ਹੋਇਆ। ਭਗਤੀ ਦਾ ਮਾਰਗ ਤਾਂ ਇਹ ਹੈ ਕਿ ਸੁਰਤ ਸਿਰਜਣਹਾਰ ਨਾਲ ਜੁੜ ਜਾਏ, ਇੰਦਰੀਆਂ ਦਾ ਇਸਤੇਮਾਲ ਕਰ, ਪਰ ਇਹਨਾਂ ਦੀ ਰੌਸ਼ਨੀ ਇਹ ਨਾ ਹੋਵੇ ਕਿ ਸੇਧ ਇਹਨਾਂ ਤੋਂ ਲੈ ਕੇ ਤੁਰਨ ਲੱਗ ਪਏ। ਫਰਕ ਤਾਂ ਇੰਨਾ ਹੀ ਹੈ। ਸੂਰਜ ਨਿਕਲਿਆਂ ਸਪਸ਼ਟ ਦਿਖਾਈ ਦਿੰਦਾ ਹੈ, ਹਨੇਰੇ ਵਿੱਚ ਮਨੁੱਖ ਤਾਰਿਆਂ ਤੋਂ ਸੇਧ ਲੈਂਦਾ। ਇਉਂ ਹੀ ਅਗਿਆਨਤਾ ਦੇ ਹਨੇਰੇ ਵਿੱਚ ਅਸੀਂ ਇੰਦਰੀਆਂ ਤੋਂ ਸੇਧ ਲੈਣ ਲੱਗ ਪੈਂਦੇ ਹਾਂ ਤੇ ਇੰਦਰੇ ਆਪਣੇ ਰਾਹੇ ਭਟਕਾ ਲੈਂਦੇ ਨੇ। ਜਦੋਂ ਗੁਰੂ ਗਿਆਨ ਦੀ ਰੌਸ਼ਨੀ ਅੰਦਰ ਆਉਂਦੀ ਹੈ, ਸਿਮਰਨ ਵੱਲ ਮਨੁੱਖ ਜੁੜਦਾ ਹੈ, ਉਸ ਵੇਲੇ ਇਹਨਾਂ ਇੰਦਰੀਆਂ ਦਾ ਪ੍ਰਭਾਵ, ਸਰੀਰ ਦੇ ਇੰਦਰੀਆਂ ਦਾ ਜੋ ਜ਼ੋਰ ਸੀ ਉਹ ਘਟ ਜਾਂਦਾ ਹੈ। ਇਹਨਾਂ ਦੇ ਪਿੱਛੇ ਨਹੀਂ ਲੱਗਦਾ, ਇਹਨਾਂ ਨੂੰ ਆਪਣੇ ਪਿੱਛੇ ਲਾ ਲੈਂਦਾ ਹੈ। ਫਰਕ ਇੰਨਾ ਹੈ। ਕਬੀਰ ਪ੍ਰਭਾਤੇ ਤਾਰੇ ਖਿਸੈ, ਤਿਉਂ ਇਹੋ ਖਿਸੈ ਸਰੀਰ। ਇਹ ਉਸ ਅਵਸਥਾ ਦੀ ਬਾਤ ਹੈ ਜਿੱਥੇ ਭਰ ਭਰ ਪੀਓ ਕਬੀਰ ਦੀ ਚਰਚਾ ਸੀ। ਇਹ ਦੋਏ ਅੱਖਰ ਨਾ ਖਿਸੈ, ਇਹ ਕਮਜ਼ੋਰ ਨਹੀਂ ਪੈਂਦੇ। ਪ੍ਰਭੂ ਦੇ ਨਾਮ ਦੇ 2 ਅੱਖਰ, ਇਹ ਰਾਮ ਕਹੋ ਕਿ ਰੱਬ ਆਖੋ, ਇਹ ਕਮਜ਼ੋਰ ਪੈਣ ਵਾਲੇ ਨਹੀਂ। ਇਹ ਦੋਏ ਅੱਖਰ ਨਾ ਖਿਸੈ, ਸੋ ਗਹਿ ਰਹਿਓ ਕਬੀਰ। ਉਹਨਾਂ ਨੂੰ ਕਬੀਰ ਸਾਹਿਬ ਕਹਿੰਦੇ ਨੇ, ਮੈਂ ਪਕੜ ਕੇ ਬੈਠ ਗਿਆ, ਮੇਰਾ ਇਸ ਨਾਲ ਸੰਬੰਧ ਬਣ ਗਿਆ ਹੈ। ਨਾ ਕੋਈ ਦਾਅਵੇਦਾਰੀ ਹੈ, ਨਾ ਕੋਈ ਮਲਕੀਅਤਾਂ ਦੀ ਤਪਸ਼ ਮੇਰੇ ਅੰਦਰ ਹੈ, ਤੇ ਨਾ ਮੈਂ ਇੰਦਰੀਆਂ ਦਾ ਗੁਲਾਮ ਹਾਂ। ਮੈਂ ਉਸ ਪ੍ਰਭੂ ਦੇ ਨਾਮ ਦੀ ਤਾਕਤ ਨਾਲ ਜੁੜ ਗਿਆ। ਅੱਜ ਦਾ ਆਖਰੀ ਸ਼ਲੋਕ। ਕਬੀਰ ਕੋਠੀ ਕਾਠ ਕੀ, ਦਹਿ ਦਿਸ ਲਾਗੀ ਆਗ। ਪੰਡਿਤ ਪੰਡਿਤ ਜਲ ਮੂਏ, ਮੂਰਖ ਉਬਰੇ ਭਾਗ। ਉਂਝ ਤਾਂ ਇਹ ਸੰਸਾਰ ਉਸ ਸੱਚੇ ਦੀ ਕੋਠੜੀ ਹੈ। ਸਤਿਗੁਰੂ ਜੀ ਨੇ ਆਖਿਆ ਹੈ, ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਪਰ ਜਿਹੜੀ ਲੱਗੀ ਹੋਈ ਦਾਅਵੇਦਾਰੀਆਂ ਦੀ ਅੱਗ ਸੀ, ਉਹ ਬੰਦੇ ਦੀ ਬਾਹਰ ਦੀ ਦੁਨੀਆ ਨੂੰ ਸੱਚਮੁੱਚ ਸਾੜ ਕੇ ਰੱਖ ਦਿੰਦੀ ਹੈ। ਬਾਹਰ ਦੀ ਅੱਗ ਬਾਹਰ ਸਾੜੇਗੀ।
ਇਹ ਸੰਸਾਰ ਇੰਜ ਬਣ ਗਿਆ ਜਿਵੇਂ ਲੱਕੜ ਦਾ ਮਕਾਨ ਹੋਵੇ ਤੇ ਉਸ ਨੂੰ ਹਰ ਪਾਸਿਓਂ ਇਹ ਮੱਲਾਂ ਮੱਲਣ ਦੀ ਅੱਗ ਲੱਗੀ ਹੋਈ ਹੋਵੇ। 10 ਦਿਸ਼ਾਵਾਂ ਤੋਂ ਹੀ, ਚਾਰੇ ਦਿਸ਼ਾਵਾਂ, ਚਾਰੇ ਕੋਣ, ਉੱਪਰੋਂ ਹੇਠੋਂ, ਇਉਂ 10 ਦਿਸ਼ਾਵਾਂ ਗਿਣੀਆਂ ਜਾਂਦੀਆਂ ਨੇ। ਦਹਿ ਦਿਸ ਲਾਗੀ ਆਗ, ਹਰ ਪਾਸਿਓਂ ਅੱਗ। ਪੰਡਿਤ ਪੰਡਿਤ ਜਲ ਮੂਏ, ਮੂਰਖ ਉਬਰੇ ਭਾਗ। ਜਿਹੜੇ ਲੋਕ ਬੜੇ ਤਰਕ ਵਿਤਰਕ ਵਿੱਚ ਪਏ ਹੋਏ ਆਪਣੇ ਆਪ ਨੂੰ ਸਿਆਣੇ ਪੰਡਿਤ ਵਿਦਵਾਨ ਸਮਝਦੇ ਸਨ। ਅਸੀਂ ਸਿਆਣਾ ਉਸ ਨੂੰ ਆਖਦੇ ਹਾਂ ਜਿਹੜਾ ਪਦਾਰਥਾਂ ਦੀ ਦੁਨੀਆ 'ਚ ਵਧੇਰੇ ਕਾਮਯਾਬ ਹੈ। ਇਸ ਪਾਸੇ ਦੀ ਚਤਰਾਈ ਵਾਲੇ ਸਭ ਜਲ ਗਏ ਇਸ ਵਿੱਚ, ਤੇ ਜੋ ਇਸ ਪਾਸਿਓਂ ਬੇਪਰਵਾਹ ਹੈ, ਬੇਪਰਵਾਹ ਨਾਲ ਜੁੜਿਆ ਹੈ, ਮਨ ਅਟਕਿਆ ਬੇਪਰਵਾਹ ਦੇ ਨਾਲ, ਉਸ ਦੀਨ ਦੁਨੀ ਦੇ ਸ਼ਾਹ ਦੇ ਨਾਲ, ਜਿਨ੍ਹਾਂ ਦਾ ਚਿੱਤ ਉੱਥੇ ਲੱਗਾ ਹੈ। ਦੁਨੀਆ ਦੇ ਆਮ ਲੋਕ ਆਖਦੇ ਨੇ ਇਹ ਵਿਚਾਰੇ ਨੂੰ ਦੁਨੀਆਦਾਰੀ ਦਾ ਪਤਾ ਨਹੀਂ, ਮੂਰਖ ਹੈ, ਭਟਕ ਗਿਆ ਹੈ। ਪਰ ਕਬੀਰ ਜੀ ਕਹਿੰਦੇ ਨੇ ਸੱਚ ਇਹ ਹੈ ਜਿਹਨੂੰ ਤੁਸੀਂ ਮੂਰਖ ਆਖਦੇ ਹੋ, ਉਹ ਇਸ ਅੱਗ 'ਚੋਂ ਦੌੜ ਕੇ ਨਿਕਲ ਗਏ ਤੇ ਚਤਰਾਈ ਵਾਲੇ ਲੋਕ ਇਸ ਅੱਗ ਵਿੱਚ ਸੜ ਗਏ। ਮੋਹ ਮਾਇਆ ਮਮਤਾ ਨੇ ਇਹਨਾਂ ਨੂੰ ਪਕੜੀ ਰੱਖਿਆ। ਪੰਡਿਤ ਪੰਡਿਤ ਬੜੇ ਚਤਰ ਸਦਵਾਉਣ ਵਾਲੇ, ਗਿਆਨ ਧਿਆਨ ਦੀਆਂ ਗੱਲਾਂ ਵੀ ਕਰਦੇ ਰਹੇ, ਪਰ ਅੰਦਰ ਦਾਅਵੇਦਾਰੀਆਂ ਜਿਉਂ ਦੀਆਂ ਤਿਉਂ ਬਣੀਆਂ ਹੋਈਆਂ ਸਨ। ਪੜ੍ਹ ਪੜ੍ਹ ਪੰਡਿਤ ਜੋਤ ਕੀ ਵਾਦ ਕਰਹਿ ਵਿਚਾਰ, ਮਤ ਬੁੱਧ ਭਵੀ ਨ ਬੁੱਝਈ ਅੰਤਰ ਲੋਭ ਵਿਕਾਰ। ਅੰਦਰਲਾ ਸਰੋਵਰ ਇਹਨਾਂ ਜਾਣਿਆ ਹੀ ਨਹੀਂ। ਪੜ੍ਹ ਪੜ੍ਹ ਪੰਡਿਤ ਬਾਦ ਵਖਾਣੈ, ਭੀਤਰ ਹੋਂਦੀ ਵਸਤ ਨ ਜਾਣੈ। ਕਬੀਰ ਜੀ ਕਹਿੰਦੇ ਨੇ ਜਿਸ ਨੂੰ ਇਹ ਦੁਨੀਆ ਮੂਰਖ ਆਖਦੀ ਸੀ ਨਾ, ਉਹ ਤਾਂ ਬਚ ਗਿਆ, ਕਿਉਂਕਿ ਇਹਨਾਂ ਵਾਲੀ ਦੌੜ ਤੋਂ ਉਹ ਪਾਸੇ ਹੋ ਗਿਆ। ਇਹ ਅੱਗ ਵਿੱਚ ਦੌੜੇ ਫਿਰਦੇ ਲੋਕ ਸੜ ਜਾਂਦੇ ਨੇ। ਕਬੀਰ ਕੋਠੀ ਕਾਠ ਕੀ, ਦਹਿ ਦਿਸ ਲਾਗੀ ਆਗ। ਚਤਰ ਅਖਵਾਉਣ ਵਾਲੇ ਸੜ ਗਏ ਇਸ ਵਿੱਚ। ਪੰਡਿਤ ਪੰਡਿਤ ਜਲ ਮੂਏ, ਮੂਰਖ ਉਬਰੇ ਭਾਗ। ਇਹਨਾਂ ਸਿਆਣਿਆਂ ਨਾਲੋਂ ਤਾਂ ਜਿਸ ਨੂੰ ਇਹ ਦੁਨੀਆ ਮੂਰਖ ਆਖਦੀ ਸੀ, ਉਹ ਦਾਨਾ ਨਿਕਲਿਆ ਜੋ ਇਹਨਾਂ ਇੰਦਰੀਆਂ ਦੇ ਪਿੱਛੇ ਨਹੀਂ ਲੱਗਾ, ਵਿਕਾਰਾਂ ਦੀ ਅੱਗ ਵਿੱਚ ਨਹੀਂ ਸੜਿਆ, ਅਤੇ ਅੰਦਰਲੇ ਸਰੋਵਰ ਦੀ ਉਸਨੇ ਤਲਾਸ਼ ਕਰ ਲਈ। ਉਸ ਵਿੱਚੋਂ ਭਰ ਭਰ ਪਿਆਲੇ ਅੰਮ੍ਰਿਤ ਦੇ ਪੀਤੇ, ਹਰ ਸਵਾਸ ਨਾਲ ਸਿਰਜਣਹਾਰ ਨੂੰ ਯਾਦ ਰੱਖਿਆ ਔਰ ਜ਼ਿੰਦਗੀ ਨੂੰ ਸਵਰਗ ਬਣਾ ਲਿਆ। ਸਿਰਜਣਹਾਰ ਨਾਲ ਅਭੇਦ ਹੋ ਗਿਆ। ਵਾਹਿਗੁਰੂ ਜੀ ਕਿਰਪਾ ਕਰਨ, ਉਪਦੇਸ਼ ਨੂੰ ਅਸੀਂ ਕਮਾ ਸਕੀਏ। ਭੁੱਲਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।